हाँ जी, सत श्री अकाल जी साਰਿਆਂ ਨੂੰ and you are all welcomed at Maluka IAS for our today's session on current affairs. But before we start with our first topic for today's class, ਆਪਾਂ ਜੋ ਕੱਲ ਤੁਹਾਡੇ ਲਈ ਸਾਡੇ ਟੈਲੀਗ੍ਰਾਮ ਚੈਨਲ ਦੇ ਉੱਪਰ ਇੱਕ ਕੁਇਜ਼ ਪੋਸਟ ਕੀਤੀ ਸੀ ਜੋ ਸਾਡੀਆਂ ਕਰੰਟ ਅਫੇਅਰਸ ਦੀਆਂ ਕਲਾਸਿਸ ਹੋਈਆਂ ਨੇ ਇਸ ਤੋਂ ਪਹਿਲਾਂ, ਉਹਦੇ ਚੋਂ ਕੁਝ ਕੁਐਸਚਨਸ ਮੈਂ ਸੋਚ ਰਿਹਾ ਕਿ ਆਪਾਂ ਡਿਸਕਸ ਕਰ ਲਈਏ ਉਹਨਾਂ ਬਾਰੇ, ਕਿਉਂਕਿ ਕਾਫੀ ਬੱਚਿਆਂ ਨੇ ਆਨਸਰ ਕੀਤੇ ਨੇ ਤੇ ਕੁਝ ਕੁਐਸਚਨਸ ਇਦਾਂ ਦੇ ਨੇ ਜਿਹੜੇ ਮੈਨੂੰ ਲੱਗ ਰਿਹਾ ਕੁਝ ਮਾਈਨਰ ਮਿਸਟੇਕਸ ਕਰਕੇ ਤੁਹਾਡੇ ਗਲਤ ਹੋ ਗਏ, ਤੇ ਉਹ 4-5 ਕੁਐਸਚਨਸ ਨੇ ਆਪਾਂ ਡਿਸਕਸ ਕਰਾਂਗੇ ਉਹਨਾਂ ਨੂੰ। ਫਿਰ ਆਪਾਂ ਆਪਣੀ ਜੋ ਅੱਜ ਦੀ ਕਲਾਸ ਆ ਉਹਦੇ ਬਾਰੇ ਜੋ ਟੌਪਿਕਸ ਨੇ ਉਹਨਾਂ ਨੂੰ ਆਪਾਂ ਕਵਰ ਕਰਾਂਗੇ। ਜੋ ਪਹਿਲਾਂ ਸਾਡਾ ਕੁਐਸਚਨ ਸੀ ਕੱਲ੍ਹ ਦੀ ਕਲਾਸ ਦੇ ਵਿੱਚ ਉਹ ਸੀਗਾ ਜੀ, ਵਿਚ ਆਫ ਦਾ ਫੋਲੋਇੰਗ ਸਟੇਟਮੈਂਟਸ ਇਜ਼ ਔਰ ਆਰ ਕਰੈਕਟ। ਇਹ ਤੁਹਾਨੂੰ IUCN ਤੇ ਸਾਈਟਸ ਬਾਰੇ ਕੁਐਸਚਨ ਸੀ, ਤੇ ਫਸਟ ਸਟੇਟਮੈਂਟ ਤੁਹਾਨੂੰ ਦਿੱਤੀ ਸੀ IUCN ਇਜ਼ ਐਨ ਆਰਗਨ ਆਫ ਯੂਨਾਈਟਿਡ ਨੇਸ਼ਨਸ। ਇਹ ਜਦੋਂ ਆਪਾਂ ਕਲਾਸ 'ਚ ਡਿਸਕਸ ਕੀਤਾ ਸੀ ਉਦੋਂ ਵੀ ਤੁਹਾਨੂੰ ਦੱਸਿਆ ਸੀ ਕਿ IUCN ਯੂਨਾਈਟਿਡ ਨੇਸ਼ਨ ਦਾ ਆਰਗਨ ਨਹੀਂ ਹੈ, ਇਹ ਇੱਕ ਇੰਡੀਪੈਂਡੈਂਟ ਆਰਗੇਨਾਈਜੇਸ਼ਨ ਆ, ਇੱਕ NGO ਦੀ ਤਰ੍ਹਾਂ ਕੰਮ ਕਰਦੀ ਹੈ ਇਨਵਾਇਰਨਮੈਂਟ ਪ੍ਰੋਟੈਕਸ਼ਨ ਦੇ ਲਈ। ਤੇ ਸੋ ਫਸਟ ਸਟੇਟਮੈਂਟ ਇੱਥੇ ਗਲਤ ਹੋ ਜਾਂਦੀ ਹੈ, ਬਟ ਫਿਰ ਵੀ ਕਾਫੀ ਬੱਚਿਆਂ ਨੇ ਫਸਟ ਸਟੇਟਮੈਂਟ ਨੂੰ ਕਰੈਕਟ ਕੰਸੀਡਰ ਕੀਤਾ। ਇਹ ਯੂਨਾਈਟਿਡ ਨੇਸ਼ਨ ਦਾ ਆਰਗਨ ਨਹੀਂ ਹੈ ਜੀ, ਧਿਆਨ ਰੱਖਿਓ। ਸੈਕਿੰਡ ਸਟੇਟਮੈਂਟ ਸੀ ਸਾਈਟਸ ਕਨਵੈਨਸ਼ਨ ਔਨ ਇੰਟਰਨੈਸ਼ਨਲ ਟ੍ਰੇਡ in endangered species of flora and fauna is legally binding on the states that have joined it। ਜਿਹੜੀਆਂ ਸਟੇਟਸ ਨੇ ਜਿਹੜੇ ਸਾਈਟਸ ਦੇ ਮੈਂਬਰ ਨੇਸ਼ਨਸ ਨੇ ਉਹਨਾਂ ਦੇ ਉੱਪਰ ਸਾਈਟਸ ਦੀਆਂ ਪ੍ਰੋਵੀਜ਼ਨਸ ਲੀਗਲੀ ਬਾਈਂਡਿੰਗ ਨੇ, ਬਟ ਜੋ ਇਹਦੀਆਂ ਪ੍ਰੋਵੀਜ਼ਨਸ ਨੇ ਉਹ ਕਿਸੇ ਵੀ ਮੈਂਬਰ ਨੇਸ਼ਨ ਦੇ ਜੋ ਨੈਸ਼ਨਲ ਲਾਜ਼ ਨੇ, ਜੇ ਆਪਾਂ ਇੰਡੀਆ ਦੀ ਗੱਲ ਕਰ ਲਈਏ ਵੀ ਇੰਡੀਆ ਦੇ ਜੋ ਇਨਵਾਇਰਨਮੈਂਟ ਪ੍ਰੋਟੈਕਸ਼ਨ ਦੇ ਲਈ ਲਾਜ਼ ਨੇ ਜਾਂ ਵਾਈਲਡ ਲਾਈਫ ਪ੍ਰੋਟੈਕਸ਼ਨ ਦੇ ਲਈ ਸਾਡਾ ਜੋ WPA ਐਕਟ ਹੈ, ਮਤਲਬ ਉਸ ਤਰ੍ਹਾਂ ਇਹਦੀਆਂ ਪ੍ਰੋਵੀਜ਼ਨਸ ਨੈਸ਼ਨਲ ਲਾਅ ਦੀ ਪੋਜੀਸ਼ਨ ਜਾਂ ਨੈਸ਼ਨਲ ਲਾਅ ਦੀ ਪਲੇਸ ਨਹੀਂ ਲੈ ਸਕਦੀਆਂ, ਉਹਨਾਂ ਨੂੰ ਰਿਪਲੇਸ ਨਹੀਂ ਕਰ ਸਕਦੀਆਂ, ਬਟ ਇਹ ਪ੍ਰੋਵੀਜ਼ਨਸ ਲੀਗਲੀ ਬਾਈਂਡਿੰਗ ਨੇ ਜਿਹੜਾ ਇੱਕ ਮੈਂਬਰ ਜਿਹੜੀ ਵੀ ਕੋਈ ਕੰਟਰੀ ਸਾਈਟਸ ਨੂੰ ਜੁਆਇਨ ਕਰ ਲੈਂਦੀ ਹੈ ਉਹਨਾਂ ਲਈ, ਠੀਕ ਹੈ ਜੀ। ਤੇ ਫਿਰ ਨੈਕਸਟ ਸਾਡਾ ਕੁਐਸਚਨ ਸੀਗਾ ONDC ਓਪਨ ਨੈਟਵਰਕ ਫॉर ਡਿਜੀਟਲ ਕਾਮਰਸ ਦੇ ਉੱਪਰ। ਇਹਦੀ ਫਸਟ ਸਟੇਟਮੈਂਟ ਤੁਹਾਨੂੰ ਦਿੱਤੀ ਸੀ, ਇਟਸ ਅ ਸਟੈਪ ਟੂਵਰਡਸ ਸੈਂਟਰਲਾਈਜੇਸ਼ਨ ਆਫ E-ਕਾਮਰਸ। ਸੈਂਟਰਲਾਈਜੇਸ਼ਨ ਨਹੀਂ, ਡੀਸੈਂਟਰਲਾਈਜੇਸ਼ਨ ਦੇ ਲਈ ਲਿਆਂਦਾ ਗਿਆ ਸੋ ਦੈਟ ਆਪਾਂ ਇੱਕ ਨੈਟਵਰਕ ਬੇਸਡ ਪਲੇਟਫਾਰਮ ਤੋਂ ਓਪਨ ਪਲੇਟਫਾਰਮ ਲਿਆ ਸਕੀਏ, ਜਿੱਥੇ ਜਿਵੇਂ ਤੁਹਾਨੂੰ ਦੱਸਿਆ ਸੀ ਕਿ ਅਸੀਂ ਮਲਟੀਪਲ ਜੋ ਸਾਡੀਆਂ E-ਕਾਮਰਸ ਸਾਈਟਸ ਨੇ ਉਹਨਾਂ ਨੂੰ ਇੱਕੋ ਪਲੇਟਫਾਰਮ ਤੋਂ ਅਸੀਂ ਐਕਸੈਸ ਕਰ ਸਕੀਏ, ਉਹਦੇ ਲਈ ਲਿਆਂਦਾ ਗਿਆ ਸੀ ਇਹ। ਸੋ ਸੈਂਟਰਲਾਈਜੇਸ਼ਨ ਨਹੀਂ, ਡੀਸੈਂਟਰਲਾਈਜੇਸ਼ਨ ਦੀ ਗੱਲ ਕਰਦਾ ਜੀ। ਡੀਸੈਂਟਰਲਾਈਜੇਸ਼ਨ ਆਫ E-ਕਾਮਰਸ ਜੋ ਸਾਡਾ ਪਲੇਟਫਾਰਮ ਆ ਉਹਨੂੰ ਪ੍ਰਮੋਟ ਕਰਨ ਦੇ ਲਈ ONDC ਇੱਕ ਨੈਟਵਰਕ ਲਿਆਂਦਾ ਗਿਆ। ਤੇ ਸੈਕਿੰਡ ਸਟੇਟਮੈਂਟ ਸੀ ਵਨ ਆਫ ਇਟਸ ਆਬਜੈਕਟਿਵ ਇਜ਼ ਟੂ ਮੂਵ ਫਰੋਮ ਪਲੇਟਫਾਰਮ ਸੈਂਟਰਿਕ ਮਾਡਲ ਟੂ ਐਨ ਓਪਨ ਨੈਟਵਰਕ, ਠੀਕ ਹੈ ਜੀ। ਥਰਡ ਸਟੇਟਮੈਂਟ ਸੀ ਇਟ ਇਜ਼ ਐਨ ਇਨੀਸ਼ੀਏਟਿਵ ਆਫ ਮਿਨਿਸਟਰੀ ਆਫ ਫਾਈਨੈਂਸ, ਨਹੀਂ ਜੀ, ਇਨੀਸ਼ੀਏਟਿਵ ਮਿਨਿਸਟਰੀ ਆਫ ਕਾਮਰਸ ਦਾ ਹੈ, ਜਿਹਦੇ ਅੰਡਰ DPIIT ਸਾਡਾ ਡਿਪਾਰਟਮੈਂਟ ਹੈ ਫॉर ਪ੍ਰਮੋਸ਼ਨ ਆਫ ਇਨਵੈਸਟਮੈਂਟ ਐਂਡ ਇੰਟਰਨਲ ਟ੍ਰੇਡ, ਉਹਨਾਂ ਨੇ ਇਸ ਪ੍ਰੋਜੈਕਟ ਨੂੰ ਲਾਗੂ ਕਰਨਾ, ਇੰਪਲੀਮੈਂਟ ਕਰਨਾ। ਸੋ ONDC comes under the Ministry of Commerce, not under Ministry of Finance, ਠੀਕ ਹੈ ਜੀ। ਫਿਰ ਨੈਕਸਟ ਕੁਐਸਚਨ ਸੀਗਾ ਇਨਕਰੈਕਟ, ਤੁਸੀਂ ਚੂਜ਼ ਕਰਨਾ ਜੀ। ਧਿਆਨ ਰੱਖੋ ਕੁਐਸਚਨ ਦੇ ਵਿੱਚ ਤੁਹਾਨੂੰ ਇਨਕਰੈਕਟ ਪੁੱਛਿਆ ਗਿਆ, ਠੀਕ ਹੈ। ਕਈ ਵਾਰੀ ਸਾਨੂੰ ਪਤਾ ਹੁੰਦਾ ਬਟ ਅਸੀਂ ਕੁਐਸਚਨ ਨੂੰ ਧਿਆਨ ਨਾਲ ਨਹੀਂ ਪੜ੍ਹਦੇ ਕਿ ਡਿਮਾਂਡ ਕੀ ਕਰ ਰਿਹਾ ਕੁਐਸਚਨ, ਇਨਕਰੈਕਟ ਪੁੱਛ ਰਿਹਾ ਕਿ ਕਰੈਕਟ ਪੁੱਛ ਰਿਹਾ। ਇੱਥੇ ਕੁਐਸਚਨ ਤੁਹਾਨੂੰ ਪੁੱਛ ਰਿਹਾ ਇਨਕਰੈਕਟ, ਤੁਸੀਂ ਧਿਆਨ ਰੱਖਿਓ ਕਰੈਕਟ ਤੇ ਨਾ ਮਾਰਕ ਕਰ ਦਿਓ ਕਿਤੇ ਕਾਲੀ 'ਚ। ਮੈਨੂੰ ਲੱਗ ਰਿਹਾ ਇਸੇ ਤਰ੍ਹਾਂ ਕਾਫੀ ਬੱਚਿਆਂ ਨੇ ਇਹਦਾ ਆਨਸਰ ਗਲਤ ਕੀਤਾ, ਤੇ ਉਹਦਾ ਇੱਕ ਰੀਜ਼ਨ ਇਹ ਹੋ ਸਕਦਾ ਕਿ ਤੁਸੀਂ ਕੁਐਸਚਨ ਨੂੰ ਧਿਆਨ ਨਾਲ ਨਾ ਪੜ੍ਹਿਆ ਹੋਵੇ। ਫਸਟ ਸਟੇਟਮੈਂਟ ਤੁਹਾਨੂੰ ਸੀਗੀ ਸਿਟੀਜ਼ਨਸ਼ਿਪ ਇਜ਼ ਵਨ ਆਫ ਦਾ ਫੈਡਰਲ ਫੀਚਰਸ ਆਫ ਇੰਡੀਅਨ ਕੌਨਸਟੀਟਿਊਸ਼ਨ। ਇਹ ਸਟੇਟਮੈਂਟ ਗਲਤ ਆ। ਜਦੋਂ ਪੋਲਿਟੀ 'ਚ ਆਪਾਂ ਫੈਡਰਲ ਤੇ ਯੂਨਿਟਰੀ ਫੀਚਰਸ ਦੀ ਗੱਲ ਕਰਦੇ ਹਾਂ, ਯੂਨਿਟਰੀ ਫੀਚਰਸ ਉਹ ਨੇ ਜਿੱਥੇ ਪਾਵਰਸ ਨੇ ਜਿਹੜੀਆਂ ਉਹਨਾਂ ਨੂੰ ਅਸੀਂ ਸੈਂਟਰਲਾਈਜ਼ ਕੀਤਾ ਹੋਇਆ, ਮਤਲਬ ਸਟੇਟਸ ਕੋਲੇ ਉਸ ਪਰਟੀਕੂਲਰ ਸਬਜੈਕਟ ਦੇ ਰਿਗਾਰਡਿੰਗ ਜੋ ਸਟੇਟ ਦੀਆਂ ਪਾਵਰਸ ਨੇ ਉਹ ਬਹੁਤ ਰਿਸਟ੍ਰਿਕਟਡ ਨੇ ਐਜ਼ ਕੰਪੇਅਰ ਟੂ ਸੈਂਟਰ, ਜਾਂ ਕਹਿ ਲਓ ਉਹਨਾਂ ਕੋਲੇ ਸਟੇਟ ਕੋਲੇ ਪਾਵਰਸ ਹੈ ਹੀ ਨਹੀਂ, ਉਹਨਾਂ ਨੂੰ ਅਸੀਂ ਕਹਿ ਦਿੰਦੇ ਹਾਂ ਯੂਨਿਟਰੀ ਫੀਚਰਸ ਆਫ ਇੰਡੀਅਨ ਕੌਨਸਟੀਟਿਊਸ਼ਨ, ਜਿਨ੍ਹਾਂ ਦੇ ਵਿੱਚੋਂ ਇੱਕ ਸਬਜੈਕਟ ਹੈ ਸਿਟੀਜ਼ਨਸ਼ਿਪ। ਬਿਕੋਜ਼ ਸਿਟੀਜ਼ਨਸ਼ਿਪ ਦੇ ਰਿਗਾਰਡਿੰਗ ਜੇ ਕੋਈ ਲਾਅ ਬਣਾਉਣਾ ਜਾਂ ਉਹਦੇ 'ਚ ਕੋਈ ਚੇਂਜਸ ਕਰਨੀਆਂ ਨੇ ਤਾਂ ਉਹ ਸਾਡੀ ਜੋ ਸੈਂਟਰਲ ਗਵਰਨਮੈਂਟ ਹੈ ਜਾਂ ਸਾਡਾ ਪਾਰਲੀਮੈਂਟ ਆ ਉਹਨਾਂ ਨੇ ਹੀ ਕਰ ਦੇਣਾ। ਉਹਦਾ ਚੇਂਜਸ ਦੇ ਵਿੱਚ ਜਾਂ ਕਹਿ ਲਓ ਉਹਦੇ ਕੰਟੈਕਸਟ ਦੇ ਵਿੱਚ ਜੋ ਲਾਜ਼ ਹੋਣਗੇ ਉਹਨਾਂ ਦੇ ਵਿੱਚ ਸਟੇਟਸ ਦਾ ਬਹੁਤ ਵੱਡਾ ਰੋਲ ਨਹੀਂ ਹੁੰਦਾ, ਤਾਂ ਕਰਕੇ ਉਹਨੂੰ ਅਸੀਂ ਯੂਨਿਟਰੀ ਫੀਚਰ ਕਹਿ ਦਿੰਦੇ ਹਾਂ। ਜਿਹੜੇ ਹੁੰਦੇ ਨੇ ਫੈਡਰਲ ਫੀਚਰਸ ਉਹਦੇ 'ਚ ਅਸੀਂ ਦੋਨਾਂ ਨੂੰ ਇਕੁਅਲ ਪਾਵਰਸ ਦਿੱਤੀਆਂ ਨੇ, ਠੀਕ ਹੈ ਜੀ।
ਸਟੇਟ ਨੂੰ ਤੇ ਸਟੇਟ ਗਵਰਨਮੈਂਟਸ ਨੂੰ ਤੇ ਸੈਂਟਰਲ ਗਵਰਨਮੈਂਟਸ ਨੂੰ ਜਦੋਂ ਪੋਲਿਟੀ ਦੀਆਂ ਕਲਾਸਿਸ ਹੋਣਗੀਆਂ ਉਹਦੇ ਵਿੱਚ ਇਹ ਦੋਨੋਂ ਇੰਪੋਰਟੈਂਟ ਕਹਿ ਲਓ ਟੌਪਿਕਸ ਨੇ। ਯੂਨਿਟਰੀ ਤੇ ਫੈਡਰਲ ਫੀਚਰਸ ਦੇ ਪ੍ਰੋਪਰਲੀ ਉਹਦੇ 'ਚ ਡਿਸਕਸ ਕੀਤੇ ਜਾਣਗੇ। ਬਟ ਫੈਡਰਲ ਫੀਚਰ ਉਹ ਹੁੰਦੇ ਨੇ ਜਿੱਥੇ ਦੋਨਾਂ ਨੂੰ ਸੈਂਟਰਲ ਗਵਰਨਮੈਂਟ ਐਜ਼ ਵੈਲ ਐਜ਼ ਸਟੇਟ ਗਵਰਨਮੈਂਟ ਦੋਨਾਂ ਨੂੰ ਇਕੁਅਲ ਪਾਵਰਸ ਦਿੱਤੀਆਂ ਗਈਆਂ ਨੇ ਵਿਦ ਵੀ ਮਤਲਬ ਉਸ ਸਬਜੈਕਟ ਦੇ ਉੱਪਰ ਕੋਈ ਲਾਅ ਬਣਾਉਣਾ ਜਾਂ ਲਾਅ ਨੂੰ ਅਮੈਂਡ ਕਰਨਾ। ਠੀਕ ਹੈ ਜੀ, ਜਿਵੇਂ GST ਸੀ, ਕਿਉਂਕਿ GST ਦੇ ਵਿੱਚ ਕੀ ਕੀਤਾ ਆਪਾਂ, ਸਟੇਟਸ ਦੇ ਜੋ ਟੈਕਸ ਕਲੈਕਸ਼ਨ ਦੇ ਕੌਨਟੈਕਸਟ ਦੇ ਵਿੱਚ ਕੁਝ ਰਾਈਟਸ ਸੀ ਉਹਨਾਂ ਨੂੰ ਖਤਮ ਕਰਕੇ ਆਪਾਂ ਉਹਨਾਂ ਨੂੰ ਇੱਕ ਸੈਂਟਰਲ ਟੈਕਸ ਦਾ ਰੂਪ ਦਿੱਤਾ। ਸੋ ਮਤਲਬ ਕੀ ਹੈ ਵੀ ਸਟੇਟਸ ਦੀਆਂ ਪਾਵਰਸ ਨੂੰ ਅਸੀਂ ਉੱਥੇ ਘੱਟ ਕੀਤਾ। ਸੋ GST ਨੂੰ ਜੋ ਲਾਅ ਸੀ ਉਹਨੂੰ ਇੰਪਲੀਮੈਂਟ ਕਰਨ ਤੋਂ ਪਹਿਲਾਂ 50% ਆਫ ਸਟੇਟਸ ਦੀ ਅਪਰੂਵਲ ਲਈ ਗਈ ਸੀ। ਠੀਕ ਹੈ, ਕਿਉਂਕਿ ਉਹ ਸਾਡੇ ਫੈਡਰਲ ਸਟਰਕਚਰ ਨੂੰ ਫੈਡਰਲ ਸਿਸਟਮ ਨੂੰ ਚੇਂਜ ਕਰਦਾ ਸੀ, ਉਹਨੂੰ ਅਮੈਂਡ ਕਰਦਾ ਸੀ। ਠੀਕ ਹੈ, ਉਹ ਸੀਗਾ ਫੈਡਰਲ ਫੀਚਰਸ। ਤੇ ਸੈਕੰਡ ਸਟੇਟਮੈਂਟ ਤੁਹਾਨੂੰ ਸੀਗੀ ਇੰਡੀਆਜ਼ ਆਈਡੀਆ ਆਫ ਸਿਟੀਜ਼ਨਸ਼ਿਪ ਇਜ਼ ਬੇਸਡ ਔਨ ਅਮੈਰੀਕਨ ਕਨਸੈਪਟ ਆਫ ਸਿਟੀਜ਼ਨਸ਼ਿਪ। ਨਹੀਂ ਜੀ, ਸਾਡਾ ਜੋ ਆਈਡੀਆ ਹੈ ਸਿਟੀਜ਼ਨਸ਼ਿਪ ਦਾ ਉਹ ਸਾਡਾ ਬ੍ਰਿਟਿਸ਼ ਜੋ ਸਿਟੀਜ਼ਨਸ਼ਿਪ ਦਾ ਕਨਸੈਪਟ ਆ ਉਹਦੇ ਉੱਪਰ ਬੇਸਡ ਆ। ਜਦੋਂ ਅਸੀਂ ਅਮੈਰੀਕਨ ਸਿਟੀਜ਼ਨਸ਼ਿਪ ਦੀ ਗੱਲ ਕਰਦੇ ਹਾਂ ਤਾਂ ਅਮਰੀਕਾ ਦੇ ਵਿੱਚ ਇੱਕ ਜਿਵੇਂ ਕਹਿ ਲਓ ਪੂਰੇ ਦੇ ਪੂਰੇ ਉਹਨਾਂ ਦੀ ਯੂਨੀਅਨ ਦੀ ਜਾਂ ਸੈਂਟਰਲ ਲੈਵਲ ਦੀ ਜਾਂ ਪੂਰੇ ਅਮਰੀਕਾ ਦੀ ਸਿਟੀਜ਼ਨਸ਼ਿਪ ਆ, ਪਲੱਸ ਨਾਲ ਦੀ ਨਾਲ ਜਿੰਨੀਆਂ ਵੀ ਉਹਨਾਂ ਦੀਆਂ ਸਟੇਟਸ ਨੇ ਹਰ ਇੱਕ ਸਟੇਟ ਦੀ ਅਲੱਗ ਤੋਂ ਸਿਟੀਜ਼ਨਸ਼ਿਪ ਦਿੱਤੀ ਜਾਂਦੀ ਹੈ। ਠੀਕ ਹੈ, ਬਟ ਇੰਡੀਆ ਦੇ ਵਿੱਚ ਇੱਦਾਂ ਕੋਈ ਕਨਸੈਪਟ ਨਹੀਂ ਹੈ। ਸਾਡੇ ਸਿਰਫ ਇੰਡੀਅਨ ਸਿਟੀਜ਼ਨਸ਼ਿਪ ਹੈ। ਸਾਡੇ ਇਹ ਨਹੀਂ ਹੈ ਕਿ ਇੰਡੀਅਨ ਸਿਟੀਜ਼ਨਸ਼ਿਪ ਦੇ ਨਾਲ ਪੰਜਾਬ ਦੀ ਸਿਟੀਜ਼ਨਸ਼ਿਪ ਅਲੱਗ ਤੋਂ ਆ ਜਾਂ ਕਿਸੇ ਹੋਰ ਸਟੇਟ ਦੀ ਸਿਟੀਜ਼ਨਸ਼ਿਪ ਅਲੱਗ ਤੋਂ ਆ। ਸੋ ਸਾਡਾ ਜੋ ਸਿਟੀਜ਼ਨਸ਼ਿਪ ਦਾ ਕਨਸੈਪਟ ਆ ਉਹ ਬ੍ਰਿਟਿਸ਼ ਆਈਡੀਆ ਆਫ ਸਿਟੀਜ਼ਨਸ਼ਿਪ ਦੇ ਉੱਪਰ ਬੇਸਡ ਆ, ਨਾਟ ਔਨ ਅਮਰੀਕਨ ਆਈਡੀਆ। ਠੀਕ ਹੈ ਜੀ। ਤੇ ਥਰਡ ਸਟੇਟਮੈਂਟ ਤੁਹਾਨੂੰ ਸੀਗੀ ਆਰਟੀਕਲ 14, 15 ਐਂਡ 19 ਆਰ ਅਵੇਲੇਬਲ ਟੂ ਇੰਡੀਅਨ ਸਿਟੀਜ਼ਨਸ ਓਨਲੀ। ਠੀਕ ਹੈ ਜੀ, 14, 15, 19 ਨਹੀਂ ਹੈ, ਆਰਟੀਕਲ 14 ਹੈ ਜੋ ਉਹ ਸਿਟੀਜ਼ਨਸ ਐਜ਼ ਵੈਲ ਐਜ਼ ਨਾਨ ਸਿਟੀਜ਼ਨਸ ਉਹ ਸਾਰਿਆਂ ਨੂੰ ਅਵੇਲੇਬਲ ਹੈ। 15, 16, 19, 29 ਐਂਡ 30 ਜੋ ਇਹ ਆਰਟੀਕਲਸ ਨੇ ਇਹ ਸਿਰਫ ਇੰਡੀਅਨ ਸਿਟੀਜ਼ਨਸ ਨੂੰ ਅਵੇਲੇਬਲ ਨੇ। ਸੋ ਇਹਦਾ ਆਨਸਰ ਆਉਣਾ ਸੀ all the statements are incorrect। ਦੈਨ ਨੈਕਸਟ ਸਾਡਾ ਜੋ ਲਾਸਟ ਕੁਐਸਚਨ ਸੀ ਵਿਚ ਆਫ ਦਾ ਫੋਲੋਇੰਗ ਇਜ਼ ਕਰੈਕਟ ਅਬਾਊਟ ਕੰਪੀਟੀਸ਼ਨ ਕਮਿਸ਼ਨ ਆਫ ਇੰਡੀਆ। ਇਹ ਬਹੁਤ ਜ਼ਿਆਦਾ ਬੱਚਿਆਂ ਨੇ ਕਹਿ ਲਓ ਇਹਨੂੰ ਗਲਤ ਕੀਤਾ ਪਰ ਹੋਣਾ ਨਹੀਂ ਸੀ ਚਾਹੀਦਾ। ਫਸਟ ਸਟੇਟਮੈਂਟ ਤੁਹਾਨੂੰ ਸੀਗੀ ਇਟ ਇਜ਼ ਅ ਕੁਆਸਾਈ ਜੁਡੀਸ਼ੀਅਲ ਕਨਸਟੀਟਿਊਸ਼ਨਲ ਬੋਡੀ। ਕੰਪੀਟੀਸ਼ਨ ਕਮਿਸ਼ਨ ਆਫ ਇੰਡੀਆ ਕਨਸਟੀਟਿਊਸ਼ਨਲ ਬੋਡੀ ਨਹੀਂ ਹੈ, ਇਹਦੇ ਲਈ ਕੋਈ ਸਪੈਸੀਫਿਕ ਆਰਟੀਕਲ ਨਹੀਂ ਆ ਸਾਡੇ ਕਨਸਟੀਟਿਊਸ਼ਨ ਦੇ ਵਿੱਚ। ਉਹ ਬੋਡੀਜ਼ ਨੂੰ ਅਸੀਂ ਕਨਸਟੀਟਿਊਸ਼ਨਲ ਬੋਡੀਜ਼ ਕਹਿੰਦੇ ਹਾਂ ਜਿਨ੍ਹਾਂ ਦੇ ਲਈ ਕੋਈ ਪਰਟੀਕੂਲਰ ਆਰਟੀਕਲ ਕਨਸਟੀਟਿਊਸ਼ਨ ਦੇ ਵਿੱਚ ਮੈਂਸ਼ਨਡ ਆ ਜਿਨ੍ਹਾਂ ਨੂੰ ਕਨਸਟੀਟਿਊਟ ਕਰਨ ਦੇ ਲਈ। ਠੀਕ ਹੈ ਜੀ, ਬਟ ਜਦੋਂ ਅਸੀਂ ਸਾਡੇ ਕੰਪੀਟੀਸ਼ਨ ਕਮਿਸ਼ਨ ਆਫ ਇੰਡੀਆ ਦੀ ਗੱਲ ਕਰਦੇ ਹਾਂ ਤਾਂ ਇਹਦੇ ਲਈ ਕੋਈ ਆਰਟੀਕਲ ਨਹੀਂ ਹੈ। ਇਹ ਇੱਕ ਪਾਰਲੀਮੈਂਟਰੀ ਐਕਟ ਆ ਸਾਡਾ ਜੋ ਕੰਪੀਟੀਸ਼ਨ ਐਕਟ ਆਫ ਇੰਡੀਆ 2002 ਆ, ਉਹਦੇ ਅੰਡਰ ਇਸ ਬੋਡੀ ਨੂੰ ਕਨਸਟੀਟਿਊਟ ਕੀਤਾ ਗਿਆ। ਐਕਟ ਸਾਡਾ 2002 ਦਾ ਸੀ। ਇਟ ਵਾਜ਼ ਐਸਟੈਬਲਿਸ਼ਡ ਇਨ 2002 ਅੰਡਰ ਕੰਪੀਟੀਸ਼ਨ ਐਕਟ 2002। ਇਹ ਤੁਹਾਨੂੰ ਸੈਕੰਡ ਸਟੇਟਮੈਂਟ ਸੀ, ਇਹ ਸਟੇਟਮੈਂਟ ਗਲਤ ਹੈ। although it was established under competition act 2002 ਬਟ ਇਹਨੂੰ ਫਾਈਨਲੀ ਕਨਸਟੀਟਿਊਟ ਕੀਤਾ ਗਿਆ, ਇਹਨੂੰ ਫਾਰਮ ਕੀਤਾ ਗਿਆ, ਐਸਟੈਬਲਿਸ਼ ਕੀਤਾ ਗਿਆ ਇਨ 2009 ਦੇ ਵਿੱਚ। ਠੀਕ ਹੈ, 2002 ਦੇ ਵਿੱਚ ਇਹਨੂੰ ਕਨਸਟੀਟਿਊਟ ਨਹੀਂ ਕੀਤਾ ਗਿਆ ਸੀ। ਤੇ ਰੀਸੈਂਟਲੀ ਗੂਗਲ ਤੇ ਕੰਪੀਟੀਸ਼ਨ ਕਮਿਸ਼ਨ ਆਫ ਇੰਡੀਆ ਦਾ ਜੋ ਕੇਸ ਹੈ ਹੁਣ ਨੈਸ਼ਨਲ ਕੰਪਨੀ ਲਾਅ ਐਪੀਲੇਟ ਟ੍ਰਾਈਬਿਊਨਲ ਦੇ ਵਿੱਚ ਪੈਂਡਿੰਗ ਪਿਆ ਤੇ ਉਹਦੇ ਕੰਸਰਨ ਦੇ ਲਈ ਉਹਦੇ ਕੰਸਰਨ ਕਰਕੇ ਜਾਂ ਉਸ ਕੰਟੈਕਸਟ ਦੇ ਵਿੱਚ ਇਹ ਸਾਡਾ ਕੰਪੀਟੀਸ਼ਨ ਕਮਿਸ਼ਨ ਆਫ ਇੰਡੀਆ ਇਟ ਵਾਜ਼ ਰੀਸੈਂਟਲੀ ਇਨ ਨਿਊਜ਼, ਜਿਹਦੇ ਕਰਕੇ ਆਪਾਂ ਇੱਥੇ ਕਲਾਸ 'ਚ ਵੀ ਕਵਰ ਕੀਤਾ ਸੀ ਇਹ, ਤੇ ਇਹਦੇ ਰਿਗਾਰਡਿੰਗ ਤੁਹਾਨੂੰ ਕੁਐਸਚਨ ਪੁੱਛਿਆ ਸੀ। ਸੋ ਇਦਾਂ ਦੀਆਂ ਜਿਹੜੀਆਂ ਛੋਟੀਆਂ ਮੋਟੀਆਂ ਚੀਜ਼ਾਂ ਨੇ ਕਈ ਵਾਰੀ ਨਾ, ਜਿਵੇਂ ਕੁਆਸਾਈ ਜੁਡੀਸ਼ੀਅਲ ਤੁਸੀਂ ਪੜ੍ਹ ਲਿਆ, ਕਨਸਟੀਟਿਊਸ਼ਨਲ ਤੁਸੀਂ ਧਿਆਨ 'ਚ ਨਹੀਂ ਰੱਖਿਆ ਵੀ ਉਹ ਕਨਸਟੀਟਿਊਸ਼ਨਲ ਕਿ ਸਟੈਚੂਟਰੀ ਹੈ, ਬਟ ਉਹਦੇ ਨਾਲ ਤੁਹਾਡਾ ਆਨਸਰ ਗਲਤ ਹੋ ਜਾਂਦਾ। ਸੋ ਸਟੇਟਮੈਂਟ ਨੂੰ ਧਿਆਨ ਨਾਲ ਪੜ੍ਹੋ ਤੇ ਦੇਖੋ ਸਟੇਟਮੈਂਟ ਦੇ ਵਿੱਚ ਜਿਵੇਂ ਤੁਹਾਨੂੰ ਦੱਸਿਆ ਵੀ ਕੁਝ ਇੱਦਾਂ ਦੀਆਂ ਟਰਮਸ ਹੁੰਦੀਆਂ ਨੇ ਜਿਨ੍ਹਾਂ ਦੇ ਉੱਪਰ ਸਾਡਾ ਆਨਸਰ ਠੀਕ ਹੋਣਾ ਜਾਂ ਗਲਤ ਹੋਣਾ ਉਹ ਡਿਪੈਂਡ ਕਰਦਾ। ਸੋ ਉਹਨਾਂ ਟਰਮਸ ਨੂੰ ਧਿਆਨ ਨਾਲ ਦੇਖਿਆ ਕਰੋ ਵੀ ਕੁਐਸਚਨ ਕੀ ਡਿਮਾਂਡ ਕਰ ਰਿਹਾ ਤੇ ਸਟੇਟਮੈਂਟ ਦੇ ਵਿੱਚ ਕੀ ਲਿਖਿਆ। ਠੀਕ ਹੈ ਜੀ, ਚਲੋ ਤੇ ਹੁਣ ਆਪਾਂ ਸਾਡਾ ਅੱਜ ਦਾ ਜੋ ਟੌਪਿਕ ਆ ਫਸਟ ਟੌਪਿਕ ਦੈਟ ਇਜ਼ ChatGPT chatbot, very important, recently it was in news। ਪਹਿਲਾਂ ਤਾਂ ਆਪਾਂ ਕਰੀਏ ਵੀ ਨਿਊਜ਼ ਦੇ ਵਿੱਚ ਕਿਉਂ ਆ ਨਾ, ਕਿਉਂ ਬਿਕੋਜ਼ ਰੀਸੈਂਟਲੀ OpenAI has introduced a new chatbot called ChatGPT। OpenAI ਇੱਕ US based ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਉੱਪਰ ਕੰਮ ਕਰਨ ਵਾਲੀ ਇੱਕ ਪ੍ਰਾਈਵੇਟ ਇੰਸਟੀਚਿਊਟ ਆ ਕੰਮ ਕਰਨ ਵਾਲਾ। ਠੀਕ ਹੈ ਜੀ, ਜੋ ਅਮਰੀਕਨ ਇੰਸਟੀਚਿਊਟ ਆ, ਇਹਦੇ ਹੈੱਡਕੁਆਟਰ ਵੀ ਅਮਰੀਕਾ 'ਚ ਨੇ ਤੇ ਐਲਨ ਮਸਕ ਇਜ਼ ਵਨ ਆਫ ਇਟਸ ਫਾਊਂਡਰਸ।
ਕਈ ਬੰਦਿਆਂ ਨੇ ਇਕੱਠੇ ਹੋ ਕੇ ਬਣਾਇਆ, ਜਿਨ੍ਹਾਂ 'ਚੋਂ ਇੱਕ ਐਲਨ ਮਸਕ ਵੀ ਇਹਨਾਂ ਦਾ ਫਾਊਂਡਰ ਹੈ। ਅਮਰੀਕਨ ਬੇਸਡ ਇੱਕ ਇੰਸਟੀਚਿਊਟ ਆ, ਧਿਆਨ ਰੱਖਿਓ, ਇੰਡੀਅਨ ਇੰਸਟੀਚਿਊਟ ਨਹੀਂ ਹੈ ਇਹ। ਇਹਨਾਂ ਨੇ ਰੀਸੈਂਟਲੀ ਇੱਕ ਨਵਾਂ ਚੈਟਬੋਟ ਇੰਟਰੋਡਿਊਸ ਕੀਤਾ ਜਿਹਦਾ ਨਾਂ ਹੈ ਚੈਟ ਜੀਪੀਟੀ। ਚੈਟਬੋਟਸ ਕੀ ਹੁੰਦੇ ਨੇ? ਜਦੋਂ ਆਪਾਂ ਚੈਟਬੋਟਸ ਦੀ ਗੱਲ ਕਰਦੇ ਹਾਂ, ਜਿਵੇਂ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਕਿ ਐਮਾਜ਼ੋਨ ਦਾ ਅਲੈਕਸਾ ਹੈ ਨਾ, ਜਾਂ ਆਈਫੋਨ ਦੀ ਗੱਲ ਕਰ ਲਈਏ, ਐਪਲ ਦੀ ਗੱਲ ਕਰ ਲਈਏ, ਉਹਦੇ 'ਚ ਸੀਰੀ ਆਉਂਦਾ ਨਾ। ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਸਾਡੀਆਂ ਟੈਕਨੋਲੋਜੀਕਲ ਜੋ ਫੀਲਡਸ ਦੇ ਵਿੱਚ ਕੰਪਨੀਜ਼ ਕੰਮ ਕਰ ਰਹੀਆਂ ਨੇ, ਉਹਨਾਂ ਦੇ ਆਪੋ ਆਪਣੇ ਚੈਟਬੋਟਸ ਨੇ, ਸੋ ਦੈਟ ਉਹ ਕਸਟਮਰਸ ਨੂੰ ਆਪਣੀਆਂ ਸਰਵਿਸਿਜ਼ ਕਹਿ ਲਓ ਇੱਕ ਈਜ਼ੀਲੀ ਵੇ ਨਾਲ ਪ੍ਰੋਵਾਈਡ ਕਰ ਸਕਣ। ਠੀਕ ਹੈ, ਜਿਹੜੇ ਕਸਟਮਰਸ ਦੇ ਨਾਲ ਇੰਟਰੈਕਟ ਕਰਦੇ ਨੇ, ਮਤਲਬ ਹੁੰਦੇ ਤਾਂ ਮਸ਼ੀਨਸ ਨੇ ਉਹ। ਜਦੋਂ ਆਪਾਂ ਬੋਟ ਦੀ ਗੱਲ ਕਰਦੇ ਨਾ, ਜਿੱਥੇ ਵੀ ਤੁਹਾਨੂੰ ਟਰਮ ਮਿਲਦੀ ਆ ਬੋਟ, BOT, ਬੋਟ ਮੀਨਸ ਰੋਬੋਟ ਜਾਂ ਕਹਿ ਲਓ ਮਸ਼ੀਨ। ਠੀਕ ਹੈ ਜੀ, ਇੱਥੇ ਅਸੀਂ ਮਸ਼ੀਨ ਦੀ ਜਾਂ ਰੋਬੋਟ ਦੀ ਗੱਲ ਕਰ ਰਹੇ ਹਾਂ। ਸੋ ਜਿਹੜੀਆਂ ਮੈਂ ਟੈਕਨੋਲੋਜੀਕਲ ਕੰਪਨੀਜ਼ ਦੀ ਆਪਾਂ ਗੱਲ ਕਰ ਰਹੇ ਹਾਂ, ਜਿਵੇਂ ਐਮਾਜ਼ੋਨ ਆ ਜਾਂ ਫਲਿੱਪਕਾਰਟ ਹੈ ਜਾਂ ਕੋਈ ਹੋਰ ਕੰਪਨੀਜ਼ ਨੇ, ਹੈ ਨਾ, ਉਹਨਾਂ ਦੇ ਆਪੋ ਆਪਣੇ ਚੈਟ ਬੋਟਸ ਨੇ, ਉਹਨਾਂ ਦੀਆਂ ਮਸ਼ੀਨਸ ਨੇ ਜਿਨ੍ਹਾਂ ਨੂੰ ਪ੍ਰੋਗਰਾਮ ਕੀਤਾ ਹੋਇਆ, ਸੋ ਦੈਟ ਉਹ ਉਹਨਾਂ ਦੇ ਕਸਟਮਰਸ ਦੇ ਨਾਲ ਇੰਟਰੈਕਟ ਕਰ ਸਕਣ, ਉਹਨਾਂ ਦੇ ਨਾਲ ਟਾਕ ਕਰ ਸਕਣ, ਉਹਨਾਂ ਦੇ ਜੋ ਕੁਐਰੀਜ਼ ਨੇ ਉਹਨਾਂ ਨੂੰ ਐਡਰੈਸ ਕਰ ਸਕਣ। ਠੀਕ ਹੈ, ਤੇ ਉਸੇ ਤਰ੍ਹਾਂ ਹੁਣ ਇਹਨਾਂ ਨੇ ਇੱਕ ਚੈਟ ਜੀਪੀਟੀ ਨਾਮ ਦਾ ਇੱਕ ਨਵਾਂ ਚੈਟਬੋਟ ਲਿਆਂਦਾ। ਉਹਦੇ 'ਚ ਕੀ ਉਹਦੇ ਫੀਚਰਸ ਨੇ ਉਹ ਵੀ ਆਪਾਂ ਡਿਸਕਸ ਕਰਾਂਗੇ। ਬਟ ਬਿਫੋਰ ਦੈਟ ਅਸੀਂ ਚੈਟਬੋਟ ਬਾਰੇ ਥੋੜ੍ਹਾ ਜਿਹਾ ਪੜ੍ਹ ਲਈਏ। ਸਾਨੂੰ ਪਤਾ ਹੋਣਾ ਚਾਹੀਦਾ ਕਿ ਚੈਟਬੋਟ ਕੀ ਹੈ। ਚੈਟਬੋਟ ਔਰ ਚੈਟਰਬੋਟ ਇਜ਼ ਅ ਫਾਰਮ ਆਫ ਆਰਟੀਫਿਸ਼ੀਅਲ ਇੰਟੈਲੀਜੈਂਸ। ਠੀਕ ਹੈ ਜੀ, ਇਹ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਉੱਪਰ ਕੰਮ ਕਰਦਾ, ਯੂਜ਼ਡ ਇਨ ਮੈਸੇਜਿੰਗ ਐਪਸ। ਦੇ ਆਰ ਆਟੋਮੇਟਿਡ ਪ੍ਰੋਗਰਾਮਸ ਦੈਟ ਇੰਟਰੈਕਟ ਵਿਦ ਕਸਟਮਰਸ ਲਾਈਕ ਅ ਹਿਊਮਨ ਵੁੱਡ। ਜਿਵੇਂ ਇੱਕ ਹਿਊਮਨ ਕਹਿ ਲਓ, ਸਾਡੇ ਜੋ ਕਸਟਮਰ ਕੇਅਰ ਆਫਿਸਰਸ ਹੁੰਦੇ ਨੇ, ਹੈ ਨਾ, ਜਿਵੇਂ ਆਪਾਂ ਕੋਈ ਵੀ ਸਾਨੂੰ ਕੋਈ ਇਸ਼ੂ ਹੁੰਦਾ, ਆਪਾਂ ਉਹਨਾਂ ਨਾਲ ਕਿਸੇ ਵੀ ਕੰਪਨੀ ਦੇ ਜੋ ਉਹਨਾਂ ਦੇ ਕਸਟਮਰ ਕੇਅਰ ਸਰਵਿਸ ਪ੍ਰੋਵਾਈਡਰਸ ਹੁੰਦੇ ਨੇ, ਉਹਨਾਂ ਨਾਲ ਆਪਾਂ ਉਹਨਾਂ ਨਾਲ ਕਾਲ ਕਰਦੇ ਹਾਂ ਤੇ ਆਪਣਾ ਇਸ਼ੂ ਰੇਜ਼ ਕਰਦੇ ਤੇ ਸਾਡੇ ਇਸ਼ੂ ਨੂੰ ਉਹ ਐਡਰੈਸ ਕਰਦੇ ਨੇ। ਉਸੇ ਤਰ੍ਹਾਂ ਇੱਥੇ ਮਸ਼ੀਨਸ ਨੇ, ਰੋਬੋਟਸ ਨੇ ਜੋ ਇਹ ਕੰਮ ਕਰਦੀਆਂ ਨੇ। ਠੀਕ ਹੈ ਜੀ, ਐਂਡ ਇਹਨਾਂ ਦਾ ਖਰਚਾ ਵੀ ਉਹਨਾਂ ਨੂੰ ਘੱਟ ਹੁੰਦਾ। ਫੋਰ ਐਗਜ਼ਾਮਪਲ ਐਮਾਜ਼ੋਨਸ ਅਲੈਕਸਾ ਐਂਡ ਐਪਲਸ ਸੀਰੀ। ਤੇ ਜਦੋਂ ਆਪਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਗੱਲ ਕਰਦੇ ਹਾਂ, ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਮਤਲਬ ਹੈ ਕੋਈ ਮਸ਼ੀਨ ਜਾਂ ਕੋਈ ਕੰਪਿਊਟਰ ਜਿਹਨੂੰ ਅਸੀਂ ਇਸ ਤਰ੍ਹਾਂ ਪ੍ਰੋਗਰਾਮ ਕੀਤਾ ਕਿ ਉਹ ਜਿਨ੍ਹਾਂ ਕੰਮਾਂ ਨੂੰ ਕਰਨ ਦੇ ਲਈ ਹਿਊਮਨ ਇੰਟੈਲੀਜੈਂਸ ਦੀ ਜ਼ਰੂਰਤ ਆ, ਉਹਨਾਂ ਕੰਮਾਂ ਨੂੰ, ਉਹਨਾਂ ਜੋ ਐਕਟੀਵਿਟੀਜ਼ ਨੇ ਉਹਨਾਂ ਨੂੰ ਮਸ਼ੀਨਸ ਕਰ ਸਕਣ। ਠੀਕ ਹੈ ਜੀ, ਉਹ ਹੋ ਗਿਆ ਆਰਟੀਫਿਸ਼ੀਅਲ ਇੰਟੈਲੀਜੈਂਸ। ਮਤਲਬ ਹਿਊਮਨ ਇੰਟੈਲੀਜੈਂਸ ਦੀ ਲੋੜ ਆ ਉਹਨਾਂ ਐਕਟੀਵਿਟੀਜ਼ ਨੂੰ ਕਰਨ ਦੇ ਲਈ, ਬਟ ਉਹਨਾਂ ਐਕਟੀਵਿਟੀਜ਼ ਨੂੰ ਹੁਣ ਕਰ ਕੌਣ ਰਿਹਾ, ਪਰਫਾਰਮ ਕੌਣ ਕਰ ਰਿਹਾ? ਪਰਫਾਰਮ ਕਰ ਰਹੀਆਂ ਨੇ ਮਸ਼ੀਨਸ, ਬਿਕੋਜ਼ ਉਹਨਾਂ ਨੂੰ ਅਸੀਂ ਉਸ ਤਰ੍ਹਾਂ ਪ੍ਰੋਗਰਾਮ ਕੀਤਾ ਹੋਇਆ ਜਿਸ ਤਰ੍ਹਾਂ ਇੱਕ ਹਿਊਮਨ ਆਪਣੀ ਇੰਟੈਲੀਜੈਂਸ ਨੂੰ ਯੂਜ਼ ਕਰਕੇ ਕੰਮ ਕਰਦਾ, ਉਸੇ ਤਰ੍ਹਾਂ ਉਹ ਮਸ਼ੀਨਸ ਇੰਟੈਲੀਜੈਂਸ ਨੂੰ ਯੂਜ਼ ਕਰਕੇ ਕੰਮ ਕਰਦੀਆਂ ਨੇ। ਇਹ ਹੋ ਗਿਆ ਆਰਟੀਫਿਸ਼ੀਅਲ ਇੰਟੈਲੀਜੈਂਸ। ਠੀਕ ਹੈ ਜੀ, ਜਾਂ ਕਹਿ ਲਓ ਮਸ਼ੀਨ ਬੇਸਡ ਇੰਟੈਲੀਜੈਂਸ ਕਹਿ ਸਕਦੇ ਆਪਾਂ ਇਹਨੂੰ। ਹਾਊ ਡੂ ਦੇ ਵਰਕ? ਜਦੋਂ ਚੈਟਬੋਟਸ ਦੀ ਗੱਲ ਕਰਦੇ ਹਾਂ, ਕਿਵੇਂ ਕੰਮ ਕਰਦੇ ਨੇ? ਇਹਨਾਂ ਦਾ ਕੰਮ ਕਰਨ ਦਾ ਮੇਨ ਦੋ ਤਰੀਕੇ ਨੇ ਜੀ। ਦੇ ਕੈਨ either rely on they can rely on machine learning, or they can work as per the set guidelines or as per their programming, ਜਿਵੇਂ ਉਹਨਾਂ ਨੂੰ ਪ੍ਰੋਗਰਾਮ ਕੀਤਾ ਹੋਇਆ। ਜਦੋਂ ਤਾਂ ਆਪਾਂ ਗੱਲ ਕਰਦੇ ਹਾਂ ਪ੍ਰੋਗਰਾਮਡ ਚੈਟਬੋਟਸ ਦੀ, ਵੀ ਜਿਨ੍ਹਾਂ ਨੂੰ ਪਹਿਲਾਂ ਹੀ ਕੁਝ ਗਾਈਡਲਾਈਨਸ ਪ੍ਰੋਵਾਈਡ ਕੀਤੀਆਂ ਹੋਈਆਂ ਨੇ, ਵੀ ਉਹਨਾਂ ਨੇ ਇਸੇ ਤਰ੍ਹਾਂ ਕੰਮ ਕਰਨਾ, ਉਹਨਾਂ ਦੇ ਲਈ ਕੁਝ ਆਪਾਂ ਕੁਐਸ਼ਨਰਸ ਕਹਿ ਲਓ ਵੀ ਸੈੱਟ ਕੀਤੇ ਹੋਏ ਨੇ, ਵੀ ਜਦੋਂ ਇੱਦਾਂ ਦੇ ਕੁਐਸ਼ਚਨਸ ਕੋਈ ਪੁੱਛੂਗਾ ਉਹਨੂੰ ਉਹਨਾਂ ਨੇ ਕੀ ਰਿਪਲਾਈ ਕਰਨਾ। ਠੀਕ ਹੈ, ਕਿਉਂਕਿ ਜਦੋਂ ਆਪਾਂ ਕਈ ਵਾਰੀ ਦੇਖਦੇ ਹਾਂ ਨਾ, ਕੋਈ ਆਪਾਂ ਆਨਲਾਈਨ ਜੇ ਸ਼ਾਪਿੰਗ ਕਰਦੇ ਹਾਂ ਕਿਸੇ ਸਾਈਟ ਤੋਂ, ਤਾਂ ਉਹਨਾਂ ਦਾ ਆਪਾਂ ਉਹਨਾਂ ਦੇ ਜੋ ਵੀ ਉਹਨਾਂ ਦੇ ਕਹਿ ਲਓ ਰੋਬੋਟਸ ਹੁੰਦੇ ਨੇ ਜੋ, ਜਾਂ ਉਹਨਾਂ ਦੇ ਚੈਟਬੋਟਸ ਹੁੰਦੇ ਨੇ ਜਿਨ੍ਹਾਂ ਨਾਲ ਆਪਾਂ ਕੋਈ ਆਪਣਾ ਕੰਸਰਨ ਰੇਜ਼ ਕਰ ਸਕਦੇ ਹਾਂ, ਉਹਦੇ 'ਚ ਨਾ ਸਾਨੂੰ 4-5 ਕੁਐਸ਼ਚਨਸ ਉਹ ਪਹਿਲਾਂ ਜਦੋਂ ਆਪਾਂ ਉਹਨਾਂ ਨਾਲ ਕਲਿੱਕ ਕਰਦੇ ਹਾਂ, ਉਹਨਾਂ ਨਾਲ ਗੱਲ ਕਰਨ ਦੇ ਲਈ, ਇੰਟਰੈਕਟ ਕਰਨ ਦੇ ਲਈ, ਤਾਂ 4-5 ਕੁਐਸ਼ਚਨ ਸਾਡੀ ਸਕਰੀਨ ਤੇ ਫਲੈਸ਼ ਹੋ ਜਾਂਦੇ ਨੇ ਵੀ ਅਸੀਂ ਕਿਹਦੇ ਰਿਗਾਰਡਿੰਗ ਆਪਣਾ ਕੋਈ ਸਾਡਾ ਕਿਸ ਚੀਜ਼ ਦੇ ਰਿਗਾਰਡਿੰਗ ਅਸੀਂ ਗੱਲ ਕਰਨਾ ਚਾਹੁੰਦੇ ਹਾਂ। ਠੀਕ ਹੈ, ਸੋ ਉਹ ਹੁੰਦੇ ਨੇ ਪ੍ਰੋਗਰਾਮਡ, ਮਤਲਬ ਕਿ ਜਿਨ੍ਹਾਂ ਨੂੰ ਪਹਿਲਾਂ ਹੀ ਪ੍ਰੋਗਰਾਮ ਕੀਤਾ ਹੋਇਆ, ਉਹਨਾਂ ਨੇ ਉਹਨਾਂ ਹੀ ਸਬਜੈਕਟਸ ਦੇ ਉੱਪਰ ਸਾਡੇ ਨਾਲ ਇੰਟਰੈਕਟ ਕਰਨਾ, ਸਾਡੇ ਨਾਲ ਉਹਨਾਂ ਨੇ ਗੱਲ ਕਰਨੀ ਹੈ। ਠੀਕ ਹੈ ਜੀ, it can respond only to a set number of requests and vocabulary and is only as intelligent as its programming code। ਮਤਲਬ ਜਿਹੜੀਆਂ ਇਹਨਾਂ ਨੂੰ ਗਾਈਡਲਾਈਨਸ ਪ੍ਰੋਵਾਈਡ ਕੀਤੀਆਂ ਹੋਈਆਂ ਨੇ, ਉਹਨਾਂ ਗਾਈਡਲਾਈਨਸ ਦੇ ਉੱਪਰ ਹੀ ਉਹਨਾਂ ਨੇ ਕੰਮ ਕਰਨਾ। ਇਹ ਹੁੰਦੇ ਨੇ ਜੋ ਪ੍ਰੋਗਰਾਮਡ ਹੁੰਦੇ ਨੇ। ਫਿਰ ਆਪਾਂ ਗੱਲ ਕਰਦੇ ਹਾਂ ਮਸ਼ੀਨ ਲਰਨਿੰਗ ਚੈਟਬੋਟ। ਮਸ਼ੀਨ ਲਰਨਿੰਗ ਦਾ ਮਤਲਬ ਹੁੰਦਾ ਮਸ਼ੀਨ ਬੇਸਡ ਲਰਨਿੰਗ। ਠੀਕ ਹੈ ਜੀ, ਜਿਵੇਂ ਆਪਾਂ ਹਿਊਮਨਸ ਦੀ ਗੱਲ ਕਰਦੇ ਹਾਂ, ਤਾਂ ਹਿਊਮਨਸ ਦਾ ਜੋ ਬ੍ਰੇਨ ਆ ਉਹਦੇ 'ਚ ਨਿਊਰੋਨਸ ਹੁੰਦੇ ਨੇ। ਨਿਊਰੋਨਸ ਦੇ ਅਕੋਰਡਿੰਗ ਹੀ ਸਾਡਾ, ਨਿਊਰੋਨਸ ਦੀ ਐਕਟੀਵਿਟੀ ਦੇ ਉੱਪਰ ਹੀ ਸਾਡਾ
ਜਿਵੇਂ ਕਹਿ ਲਓ ਜੋ ਸਾਡੀ ਲਰਨਿੰਗ ਪ੍ਰੋਸੈਸ ਹੈ, ਜਾਂ ਸਾਡਾ ਅਸੀਂ ਕਿਵੇਂ ਕਿਸੇ ਚੀਜ਼ ਨੂੰ ਰਿਸਪੌਂਡ ਕਰਨਾ, ਜਾਂ ਕਿਵੇਂ ਅਸੀਂ ਕਿਸੇ ਚੀਜ਼ ਨੂੰ ਗ੍ਰੈਸਪ ਕਰਨਾ, ਉਹ ਸਾਡੇ ਨਿਊਰੋਨਸ ਦੀ ਐਕਟੀਵਿਟੀ ਤੇ ਡਿਪੈਂਡ ਕਰਦਾ। ਉਸੇ ਤਰ੍ਹਾਂ ਜੋ ਮਸ਼ੀਨਸ ਨੇ ਉਹਨਾਂ ਦੇ ਵਿੱਚ ਜਦੋਂ ਆਪਾਂ ਇੱਕ ਨਿਊਰਲ ਨੈਟਵਰਕ ਉਹਨਾਂ ਨੂੰ ਪ੍ਰੋਵਾਈਡ ਕਰ ਦਿੰਦੇ ਹਾਂ, ਉਹਨਾਂ ਦੇ ਮਸ਼ੀਨਸ ਦੇ ਜੋ ਵੀ ਸਾਡੇ ਸਿਸਟਮਸ ਨੇ ਉਹਨਾਂ ਦੇ ਵਿੱਚ ਆਪਾਂ ਇੱਕ ਨਿਊਰਲ ਨੈਟਵਰਕ ਦੇ ਦਿੰਦੇ ਹਾਂ। ਸੋ ਉਹ ਮਸ਼ੀਨਸ ਨੇ ਜਿਹੜੀਆਂ ਉਹ ਹਿਊਮਨਸ ਦੀ ਤਰ੍ਹਾਂ ਲਰਨ ਕਰਨ ਲੱਗ ਜਾਂਦੀਆਂ ਨੇ, ਸੈਲਫ ਚੀਜ਼ਾਂ ਨੂੰ ਆਪਣੇ ਆਪ ਸਮਝਣ ਲੱਗ ਜਾਂਦੀਆਂ ਨੇ, ਜਿਹਨੂੰ ਅਸੀਂ ਕਹਿ ਦਿੰਦੇ ਹਾਂ ਮਸ਼ੀਨ ਲਰਨਿੰਗ। ਤੇ ਇਹਦਾ ਹੀ ਇੱਕ ਅੱਗੇ ਪਾਰਟ ਹੈ ਜਿਹਨੂੰ ਆਪਾਂ ਡੀਪ ਲਰਨਿੰਗ ਕਹਿ ਦਿੰਦੇ ਹਾਂ, ਠੀਕ ਹੈ ਜੀ। ਮਸ਼ੀਨ ਲਰਨਿੰਗ ਚੈਟਬੋਟ, ਇਟ ਹੈਜ਼ ਐਨ artificial neural network inspired by the neural nodes of the human brain. Such a bot is programmed to self learn. ਇਹ ਆਪਣੇ ਆਪ ਚੀਜ਼ਾਂ ਨੂੰ ਸਮਝ ਸਕਦੇ ਨੇ, ਠੀਕ ਹੈ ਜੀ। ਮਤਲਬ ਅਸੀਂ ਕੋਈ ਇਹਨੂੰ ਕੁਐਸਚਨ ਪੁੱਛਿਆ ਤੇ ਉਸ ਕੁਐਸਚਨ ਨੂੰ ਉਹਨੇ ਸਮਝਿਆ, ਤੇ ਜਿਵੇਂ ਕਹ ਲਓ ਉਹਦੇ ਬਾਅਦ ਅਸੀਂ ਉਹਦੇ ਰਿਲੇਟਡ ਹੋਰ ਕੀ ਪੁੱਛ ਸਕਦੇ ਉਹਨਾਂ ਚੀਜ਼ਾਂ ਦੀ ਵੀ ਅੰਡਰਸਟੈਂਡਿੰਗ ਇਹਨਾਂ ਨੂੰ ਹੋ ਜਾਂਦੀ ਹੈ, ਬਿਕੋਜ਼ ਇਹਨਾਂ ਦੇ ਅੰਡਰ ਨਿਊਰੋਨਸ ਜਾਂ ਆਰਟੀਫਿਸ਼ੀਅਲ ਨਿਊਰੋਨਸ ਨੇ, ਜਿਹਨੂੰ ਅਸੀਂ ਨਿਊਰਲ ਨੈਟਵਰਕ ਕਹਿ ਦਿੰਦੇ ਹਾਂ, ਉਹ ਕੰਮ ਕਰਦੇ ਨੇ, ਜਿਹਦੇ ਬੇਸਿਸ ਤੇ ਇਹ ਆਪਣੀ ਐਕਟੀਵਿਟੀਜ਼ ਨੂੰ ਕੈਰੀ ਆਊਟ ਕਰਦੇ ਨੇ, ਠੀਕ ਹੈ ਜੀ। ਇਹ ਹੋ ਗਿਆ ਮਸ਼ੀਨ ਲਰਨਿੰਗ ਬੇਸਡ, ਤੇ ਆਪਣੇ ਦੂਜੇ ਹੋ ਗਏ ਪ੍ਰੋਗਰਾਮਡ, ਜੋ ਪ੍ਰੀ ਪ੍ਰੋਗਰਾਮ ਨੇ। ਦੈਨ ਆਪਾਂ ਗੱਲ ਕਰਦੇ ਇਹਨਾਂ ਦੀ ਐਡਵਾਂਟੇਜਸ ਦੀ, ਮਤਲਬ ਚੈਟਬੋਟਸ ਦੀਆਂ ਕੀ ਐਡਵਾਂਟੇਜਸ ਨੇ, ਕਿਉਂ ਅਸੀਂ ਇਹਨਾਂ ਨੂੰ ਯੂਜ਼ ਕਰਦੇ ਹਾਂ। ਫਸਟ, ਕਨਵੀਨੀਐਂਟ ਫॉर ਪ੍ਰੋਵਾਈਡਿੰਗ ਕਸਟਮਰ ਸਰਵਿਸ ਐਂਡ ਸਪੋਰਟ 24/7। ਮਤਲਬ ਕਿ ਜੇ ਅਸੀਂ ਹਿਊਮਨ ਜੋ ਸਾਡੇ ਸਰਵਿਸ ਪ੍ਰੋਵਾਈਡਰਸ ਨੇ ਉਹਨਾਂ ਨੂੰ ਇੰਪਲੋਏ ਕਰਨਾ ਹੋਵੇ ਇਹਨਾਂ ਚੀਜ਼ਾਂ ਦੇ ਲਈ, ਤਾਂ ਉਹਨਾਂ ਦੇ ਵਿੱਚ ਕਹਿ ਲਓ ਇੱਕ ਲਿਮਿਟ ਹੋਊਗਾ ਨਾ, ਠੀਕ ਹੈ। ਕੋਈ ਵੀ ਹਿਊਮਨ ਐਕਟੀਵਿਟੀ ਆ ਉਹਨੂੰ ਪਰਫਾਰਮ ਕਰਨ ਦੀ ਇੱਕ ਲਿਮਿਟ ਹੁੰਦੀ ਆ। ਬਟ ਜਦੋਂ ਅਸੀਂ ਕਿਸੇ ਮਸ਼ੀਨ ਤੋਂ ਕੋਈ ਕੰਮ ਕਰਵਾ ਰਹੇ ਹਾਂ ਜਾਂ ਰੋਬੋਟ ਤੋਂ ਕਰਵਾ ਰਹੇ ਹਾਂ, ਤਾਂ ਉਹਨਾਂ ਨੂੰ ਅਸੀਂ 24/7 ਮਤਲਬ ਕਿ ਯੂਜ਼ ਕਰ ਸਕਦੇ ਹਾਂ। ਕੋਈ ਜਦੋਂ ਮਰਜ਼ੀ ਕੋਈ ਸਾਨੂੰ ਇਸ਼ੂ ਹੈ, ਚਾਹੇ ਉਹ ਨਾਈਟ ਟਾਈਮ ਆ ਚਾਹੇ ਡੇ ਟਾਈਮ ਆ, ਆਪਾਂ ਆਪਣੇ ਇਸ਼ੂਜ਼ ਉਹਨਾਂ ਦੇ ਨਾਲ ਰੇਜ਼ ਕਰ ਸਕਦੇ ਹਾਂ ਤੇ ਸਾਡੇ ਇਸ਼ੂਜ਼ ਨੂੰ ਐਡਰੈਸ ਕਰਨਗੇ। ਦੈਨ ਦੇ ਆਲਸੋ ਫ੍ਰੀ ਅਪ ਫੋਨ ਲਾਈਨਸ ਐਂਡ ਆਰ ਲੈਸ ਐਕਸਪੈਂਸਿਵ ਨੇ ਤੁਹਾਨੂੰ ਦੱਸਿਆ ਵੀ ਜੇ ਆਪਾਂ ਉਸੇ ਕੰਮ ਦੇ ਲਈ ਕਿਸੇ ਹਿਊਮਨ ਬੀਇੰਗ ਨੂੰ ਇੰਪਲੋਏ ਕਰਨਾ ਹੋਊ ਤਾਂ ਉਹਦੇ ਜੋ ਵੇਜਸ ਨੇ ਉਹ ਸਾਨੂੰ ਮੰਥਲੀ ਬੇਸਿਸ ਤੇ ਦੇਣੇ ਪੈਣਗੇ। ਬਟ ਜਿਹੜੀਆਂ ਮਸ਼ੀਨਸ ਨੇ, ਰੋਬੋਟਸ ਨੇ, ਇੱਕ ਵਾਰੀ ਆਪਾਂ ਤਿਆਰ ਕਰ ਲਿਆ ਉਹਨਾਂ ਨੂੰ, ਇੱਕ ਵਾਰੀ ਉਸ ਕੰਮ ਲਈ ਰੈਡੀ ਕਰ ਲਿਆ ਨਾ, ਬਣਾ ਲਿਆ, ਤਾਂ ਉਹਦੇ ਉੱਪਰ ਜੋ ਉਦੋਂ ਬਾਅਦ ਦਾ ਜਿਹੜਾ ਖਰਚਾ ਹੈਗਾ ਉਹ ਕੰਪੈਰੇਟਿਵਲੀ ਬਹੁਤ ਘੱਟ ਹੁੰਦਾ। ਦੈਨ ਫਿਰ ਆਪਾਂ ਗੱਲ ਕਰਦੇ ਇਹਨਾਂ ਦੀਆਂ ਡਿਸਐਡਵਾਂਟੇਜਸ ਦੀ, ਕੀ ਕਮੀਆਂ ਨੇ। ਦੇ ਮੇ ਨਾਟ ਫੁਲੀ ਕੰਪਰੀਹੈਂਡ ਕਸਟਮਰਸ ਇਨਪੁਟ ਐਂਡ ਮੇ ਪ੍ਰੋਵਾਈਡ ਇਨਕੋਹਰੈਂਟ ਆਨਸਰਸ, ਠੀਕ ਹੈ। ਕਈ ਵਾਰੀ ਹੋ ਸਕਦਾ ਵੀ ਜੋ ਕੁਐਸਚਨ ਕੋਈ ਕਸਟਮਰ ਰੇਜ਼ ਕਰ ਰਿਹਾ ਉਹਨੂੰ ਪ੍ਰੋਪਰਲੀ ਉਹਨੂੰ ਪੂਰੀ ਸਹੀ ਤਰ੍ਹਾਂ ਸਮਝਣ ਹੀ ਨਾ। ਜਿਵੇਂ ਕਈ ਵਾਰੀ ਆਪਾਂ ਜੇ ਆਈਫੋਨ ਤੁਸੀਂ ਯੂਜ਼ ਕਰ ਰਹੇ ਹੋ ਤਾਂ ਉਹਦੇ 'ਚ ਸੀਰੀ ਤੋਂ ਆਪਾਂ ਕਈ ਵਾਰੀ ਕੋਈ ਇਨਪੁਟ ਦਿੰਦੇ ਆ ਤਾਂ ਉਹਨੂੰ ਨਹੀਂ ਸਮਝਦਾ, ਠੀਕ ਹੈ ਜੀ। ਸੋ ਉਹ ਉੱਦਾਂ ਦੇ ਇਸ਼ੂਜ਼ ਵੀ ਹੋ ਸਕਦੇ ਨੇ, ਮਤਲਬ ਜੋ ਇਨਪੁਟ ਰੇਜ਼ ਕੀਤੀ ਜਾ ਰਹੀ ਆ, ਪ੍ਰੋਵਾਈਡ ਕੀਤੀ ਜਾ ਰਹੀ ਆ, ਉਹਨੂੰ ਸਮਝਣੀ ਨਾ ਹੋ। ਜਾਂ ਫਿਰ ਹੋ ਸਕਦਾ ਕਿ ਅਸੀਂ ਡਿਮਾਂਡ ਕੁਛ ਹੋਰ ਕਰ ਰਹੇ ਹਾਂ ਤੇ ਉਧਰੋਂ ਐਡਰੈਸ ਉਹਨਾਂ ਦਾ ਰਿਪਲਾਈ ਆ ਉਹ ਕੋਈ ਹੋਰ ਰਿਪਲਾਈ ਕਿਸੇ ਹੋਰ ਕੰਟੈਕਸਟ ਕਰੀ ਜਾਂਦੇ ਨੇ। ਸੋ ਉਹ ਇਹਨਾਂ ਦੀਆਂ ਮੇਨ ਡਿਸਐਡਵਾਂਟੇਜਸ ਹੋ ਸਕਦੀਆਂ ਨੇ। ਫਿਰ ਅਸੀਂ ਚੈਟ GPT ਦੀ ਗੱਲ ਕਰਦੇ ਹਾਂ। GPT ਸਟੈਂਡਸ ਫॉर ਜਨਰੇਟਿਵ ਪ੍ਰੀ ਟ੍ਰੇਨਡ ਟਰਾਂਸਫਾਰਮਰ 3। ਇਹਦੀ ਇੱਕ ਫੁੱਲ ਫਾਰਮ ਹੈ ਜਨਰੇਟਿਵ ਪ੍ਰੀ ਟ੍ਰੇਨਡ ਟਰਾਂਸਫਾਰਮਰ 3, ਠੀਕ ਹੈ ਜੀ। ਤੇ ਇੱਥੇ GPT ਬਾਰੇ ਤੁਹਾਨੂੰ ਥੋੜਾ ਜਿਹਾ ਦੱਸਿਆ ਵੀ ਕਿੱਥੇ ਕਿੱਥੇ ਆਪਾਂ ਇਹਨੂੰ ਪਹਿਲਾਂ ਤਾਂ ਕਿਵੇਂ ਯੂਜ਼ ਕਰ ਸਕਦੇ, ਇਹਨਾਂ ਦੀਆਂ ਕੈਪੇਬਿਲਿਟੀਜ਼ ਕੀ ਨੇ। ਇਟ ਕੈਨ ਰਿਮੈਂਬਰ ਵਟ ਯੂਜ਼ਰਸ ਸੈਡ ਅਰਲੀਅਰ ਇਨ ਦ ਕਨਵਰਸੇਸ਼ਨ। ਸੋ ਮਤਲਬ ਉਹਨਾਂ ਦੀਆਂ ਜੋ ਪ੍ਰੀਵੀਅਸ ਕਨਵਰਸੇਸ਼ਨਸ ਨੇ ਉਹਨਾਂ ਦਾ ਇੱਕ ਡੇਟਾ ਵੀ ਤਿਆਰ ਕਰਕੇ ਰੱਖ ਸਕਦੇ ਨੇ ਇਹ। ਅਲਾਓ ਯੂਜ਼ਰਸ ਟੂ ਪ੍ਰੋਵਾਈਡ ਫੋਲੋ ਅਪ ਕਰੈਕਸ਼ਨਸ। ਦੈਨ ਟ੍ਰੇਨ ਟੂ ਡਿਕਲਾਈਨ ਇਨਐਪਰੋਪ੍ਰੀਏਟ ਰਿਕੁਐਸਟ। ਜਦੋਂ ਇਹਨਾਂ ਨੂੰ ਕੋਈ ਇਨਐਪਰੋਪ੍ਰੀਏਟ ਆਪਾਂ ਰਿਕੁਐਸਟ ਦੇਵਾਂਗੇ, ਇਨਪੁਟ ਕੋਈ ਉੱਦਾਂ ਦਾ ਦੇਵਾਂਗੇ ਜੋ ਇਨਐਪਰੋਪ੍ਰੀਏਟ ਹੋਊ ਤਾਂ ਉਸ ਚੀਜ਼ ਨੂੰ ਇਹ ਡਿਕਲਾਈਨ ਵੀ ਕਰ ਸਕਦੇ ਨੇ। Then limitations may occasionally generate incorrect information, may occasionally produce harmful instructions or biased content, ठीक है जी। Then limited knowledge of world and events after 2021। ਕਿਉਂਕਿ ਜੇ ਆਪਾਂ ਦੇਖੀਏ ਵੀ ਜਿਵੇਂ ਹੁਣ ਕੋਵਿਡ ਇੱਕ ਅਨਪ੍ਰੈਸੀਡੈਂਟਡ ਇਵੈਂਟ ਸੀ ਨਾ, ਜੋ ਇਸ ਤੋਂ ਪਹਿਲਾਂ ਨਹੀਂ ਹੋਈ। ਸੋ ਇਸ ਤਰ੍ਹਾਂ ਜੋ ਸਾਡਾ ਗਲੋਬਲ ਲੈਵਲ ਤੇ ਚੇਂਜਸ ਹੋ ਰਹੀਆਂ ਨੇ, ਉਹਦੇ 'ਚ ਬਹੁਤ ਚੀਜ਼ਾਂ ਇੱਦਾਂ ਦੀਆਂ ਹੋ ਰਹੀਆਂ ਨੇ ਜੋ ਇਸ ਤੋਂ ਪਹਿਲਾਂ ਦੇਖੀਆਂ ਨਹੀਂ ਗਈਆਂ, ਜਿਨ੍ਹਾਂ ਨੂੰ ਅਸੀਂ ਕਹਿੰਦੇ ਨੇ ਅਨਪ੍ਰੈਸੀਡੈਂਟਡ ਇਵੈਂਟਸ। ਸੋ ਉਹਨਾਂ ਕੇਸਿਸ ਦੇ ਵਿੱਚ ਜੋ ਇਹਨਾਂ ਦਾ ਕੰਮ ਹੈ ਚੈਟਬੋਟਸ ਦਾ, ਹੋਰ ਜ਼ਿਆਦਾ ਲਿਮਿਟਡ ਹੋ ਜਾਂਦਾ। ਉਹਨਾਂ ਕੇਸਿਸ ਦੇ ਵਿੱਚ ਆਪਾਂ ਇਹਨਾਂ ਨੂੰ ਫੁੱਲੀ ਯੂਟੀਲਾਈਜ਼ ਨਹੀਂ ਕਰ ਸਕਦੇ, ਠੀਕ ਹੈ ਜੀ। ਸੋ ਇਹਨਾਂ ਦੀਆਂ ਲਿਮਿਟੇਸ਼ਨਸ ਹੋ ਗਈਆਂ ਕੁਛ। ਦੈਨ ਨੈਕਸਟ ਆਪਾਂ ਇਹਦੇ ਫੀਚਰਸ ਦੀ ਗੱਲ ਕਰੀਏ। ਚੈਟਬੋਟ ਦੇ ਜੋ ਚੈਟ GPT ਹੈ, ਇਟ ਕੈਨ ਆਨਸਰ ਫੋਲੋ ਅਪ ਕੁਐਸਚਨਸ ਕਰ ਸਕਦਾ, ਬਿਕੋਜ਼ ਮਸ਼ੀਨ ਲਰਨਿੰਗ ਦੇ ਉੱਪਰ ਬੇਸਡ ਆ। ਇਹਨੂੰ ਆਪਾਂ ਪ੍ਰੀ ਪ੍ਰੋਗਰਾਮਡ ਨਹੀਂ ਹੈ, ਜੋ ਪ੍ਰੀ ਪ੍ਰੋਗਰਾਮਡ ਉਹਦੇ 'ਚ ਫੋਲੋ ਅਪ ਕੁਐਸਚਨ ਅਸੀਂ ਨਹੀਂ ਕਰ ਸਕਦੇ। ਬਟ ਜੋ ਮਸ਼ੀਨ ਲਰਨਿੰਗ ਦੇ ਉੱਪਰ ਬੇਸਡ ਆ ਜਿਹੜੀ ਚੀਜ਼, ਉਹਨੂੰ ਅਸੀਂ ਫੋਲੋ ਅਪ ਕੁਐਸਚਨਸ ਵੀ ਕਰ ਸਕਦੇ ਹਾਂ, ਠੀਕ ਹੈ ਜੀ।
एंड कैन ऑल्सो एडमिट इट्स मिसटेक, जे कोई गलती करता उन्होंने भी एडमिट करूगा, चैलेंज इनकरैक्ट प्रेमाइसिस एंड रिजेक्ट इनअप्रोप्रिएट रिक्वेस्ट. It relies on deep learning techniques to produce human-like text based on inputs. Then the model is trained to predict what will come next. And that's the reason one can technically have a conversation with chat GPT. ਕਿਉਂਕਿ ਇਹਨਾਂ ਨੂੰ ਜਿਵੇਂ ਦੱਸਿਆ ਵੀ ਮਸ਼ੀਨ ਆਰਟੀਫੀਸ਼ੀਅਲ ਇੰਟੈਲੀਜੈਂਸ ਜਾਂ ਮਸ਼ੀਨ ਲਰਨਿੰਗ ਦੇ ਉੱਪਰ ਬੇਸਡ ਆ, ਸੋ ਇਹ ਪਹਿਲਾਂ ਹੀ ਪ੍ਰੈਡਿਕਟ ਕਰ ਲੈਂਦਾ ਕਿ ਹੁਣ ਜੇ ਮੈਂ ਇੱਕ ਕੁਐਸਚਨ ਪੁੱਛਿਆ ਤਾਂ ਉਹਦਾ ਫੋਲੋ ਅਪ ਕੁਐਸਚਨ ਕੀ ਹੋ ਸਕਦਾ, ਤੇ ਉਹੀ ਕਾਰਨ ਆ ਵੀ ਆਪਾਂ ਇਹਨਾਂ ਨਾਲ ਹਿਊਮਨਸ ਦੀ ਤਰ੍ਹਾਂ ਇੰਟਰੈਕਟ ਕਰ ਸਕਦੇ ਹਾਂ. ਠੀਕ ਹੈ ਜੀ, ਕਨਵਰਸੇਸ਼ਨ ਇਹਨਾਂ ਨਾਲ ਆਪਾਂ ਕਰ ਸਕਦੇ ਹਾਂ. ਇਟ ਇਜ਼ ਆਲਸੋ ਟ੍ਰੇਨਡ ਯੂਜ਼ਿੰਗ ਰੀਐਨਫੋਰਸਮੈਂਟ ਲਰਨਿੰਗ ਫਰੋਮ ਹਿਊਮਨ ਫੀਡਬੈਕ. ਉਹੀ ਸੇਮ ਗੱਲ ਆ ਕਿ ਹਿਊਮਨ ਫੀਡਬੈਕ ਆ ਜੋ ਉਹਦੇ ਤੋਂ ਵੀ ਲਰਨ ਕਰਦੇ ਨੇ. The next important topic is remote electronic voting machines. Very important. ਜਦੋਂ ਅਸੀਂ ਸਾਡੇ GS ਪੇਪਰ 3 ਦੀ ਗੱਲ ਕਰਦੇ ਹਾਂ, ਪੋਲਿਟੀ ਗਵਰਨੈਂਸ ਵਾਲਾ ਪਾਰਟ ਆ, ਉਹਦੇ 'ਚ ਸਾਡਾ ਕਹਿ ਲਓ, ਜਾਂ ਪੇਪਰ 4 ਦੇ ਵਿੱਚ ਵੀ ਸਾਡਾ RPA ਇੱਕ ਟੌਪਿਕ ਹੈ ਨਾ, ਰਿਪਰੈਜ਼ੈਂਟੇਸ਼ਨ ਆਫ ਪੀਪਲਜ਼ ਐਕਟ. ਸੋ ਉਹਨਾਂ ਦੋਨਾਂ ਦੇ ਵਿੱਚ ਇਸ ਟੌਪਿਕ ਦੀ ਬਹੁਤ ਇੰਪੋਰਟੈਂਸ ਆ ਤੇ ਸਾਡੇ ਪੇਪਰ ਲਈ ਰੈਲੇਵੈਂਟ ਵੀ ਆ. ਰਿਮੋਟ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਸ ਨਿਊਜ਼ ਦੇ ਵਿੱਚ ਕਿਉਂ ਆ? ਬਿਕੋਜ਼ ਰੀਸੈਂਟਲੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਸਾਡੇ ਜੋ ਇੰਟਰਨਲ ਮਾਈਗਰੈਂਟਸ ਨੇ, ਜੋ ਵਿਦਿਨ ਇੰਡੀਆ ਮਾਈਗਰੇਟ ਕਰਦੇ ਨੇ ਫਰੋਮ ਵਨ ਸਟੇਟ ਟੂ ਅਨਦਰ, ਉਹ ਰੀਜ਼ਨ ਕੋਈ ਵੀ ਹੋ ਸਕਦਾ, ਵਰਕ ਰਿਲੇਟਡ ਮਾਈਗ੍ਰੇਸ਼ਨ ਹੋ ਸਕਦੀ ਆ, ਬਿਕੋਜ਼ ਆਫ ਮੈਰਿਜ ਹੋ ਸਕਦੀ ਆ, ਜਾਂ ਕਹਿ ਲਓ ਵੀ ਆਪਣੀ ਸਟੱਡੀ ਰਿਲੇਟਡ ਮਾਈਗ੍ਰੇਸ਼ਨ ਹੋ ਸਕਦੀ ਹੈ ਨਾ. ਸੋ ਉਹਨਾਂ ਚੀਜ਼ਾਂ ਦੇ ਲਈ ਜੋ ਮਾਈਗ੍ਰੇਸ਼ਨ ਹੋ ਰਹੀ ਆ, ਉਹਨਾਂ ਇੰਟਰਨਲ ਮਾਈਗਰੈਂਟਸ ਨੂੰ ਇੱਕ ਰਾਈਟ ਟੂ ਵੋਟ, ਸੋ ਦੈਟ ਉਹ ਜਿਸ ਸਟੇਟ ਦੇ ਵਿੱਚ ਕਰੰਟਲੀ ਰਹਿ ਰਹੇ ਨੇ, ਹੈ ਨਾ, ਮਤਲਬ ਉਹ ਚਾਹੇ ਕਿਸੇ ਵੀ ਕੰਮ ਕਰਕੇ ਰਹੇ ਨੇ, ਉੱਥੋਂ ਹੀ ਆਪਣੀਆਂ ਰਜਿਸਟਰਡ ਕੌਂਸਟੀਚੁਐਂਸੀਜ਼ ਦੇ ਲਈ ਵੋਟ ਕਰ ਸਕਣ. ਉਹਦੇ ਲਈ ਰੀਸੈਂਟਲੀ ਇਲੈਕਸ਼ਨ ਕਮਿਸ਼ਨ ਨੇ RVM ਦਾ ਇੱਕ ਕਨਸੈਪਟ ਪ੍ਰਪੋਜ਼ ਕੀਤਾ, ਇੱਕ ਪਾਇਲਟ ਬੇਸਡ ਪ੍ਰੋਜੈਕਟ ਦੇ ਬੇਸਿਸ ਤੇ ਇਹਨੂੰ ਟਰਾਇਲ ਬੇਸਿਸ ਤੇ ਯੂਜ਼ ਕਰਨ ਦੇ ਲਈ ਇੱਕ ਪ੍ਰੋਟੋਟਾਈਪ ਇਹਦਾ ਤਿਆਰ ਕੀਤਾ. ਉਹ ਹਲੇ ਅੰਡਰ ਡਿਸਕਸ਼ਨਸ ਹੈ. ਹੁਣ ਮਤਲਬ ਕਿ ਮਿਡ ਆਫ ਜਨਵਰੀ ਇਹਨੂੰ ਆਪਣੇ ਕੋਲੇ ਉਦੋਂ ਤੱਕ ਜੋ ਸਾਡੀਆਂ ਪੋਲੀਟੀਕਲ ਪਾਰਟੀਜ਼ ਨੇ ਉਹਨਾਂ ਨਾਲ ਡਿਸਕਸ ਕਰਨ ਦਾ ਪ੍ਰਪੋਜ਼ਲ ਹੈ, ਤੇ 30th ਆਫ ਜਨਵਰੀ ਤੱਕ ਪੋਲੀਟੀਕਲ ਪਾਰਟੀਜ਼ ਨੂੰ ਟਾਈਮ ਦਿੱਤਾ ਜਾਣਾ ਕਿ ਉਹ ਆਪਣੇ ਰਿਵਿਊਜ਼ ਇਹਨਾਂ ਦੇ ਉੱਪਰ ਦੇਣ ਵੀ ਇਹਦੇ 'ਚ ਕੀ ਕਮੀਆਂ ਨੇ ਜਾਂ ਹੋਰ ਆਪਾਂ ਉਹਨਾਂ ਨੂੰ ਯੂਜ਼ ਕਰ ਸਕਦੇ ਹਾਂ ਕਿ ਨਹੀਂ ਕਰ ਸਕਦੇ, ਸੋ ਦੈਟ ਜੋ ਆਉਣ ਵਾਲੀਆਂ ਕੁਛ ਅਸੈਂਬਲੀ ਇਲੈਕਸ਼ਨਸ ਨੇ ਕੁਛ ਸਟੇਟਸ ਦੇ ਵਿੱਚ, ਉਹਨਾਂ ਇਲੈਕਸ਼ਨਸ ਦੇ ਦੌਰਾਨ ਇਸ ਚੀਜ਼ ਨੂੰ ਔਨ ਟਰਾਇਲ ਬੇਸਿਸ ਯੂਜ਼ ਕੀਤਾ ਜਾ ਸਕੇ. ਠੀਕ ਹੈ ਜੀ. Recently, Election Commission of India has announced its plan to start a pilot project on remote voting. For domestic migrants. ਧਿਆਨ ਰੱਖਿਓ, ਇਹ ਪੁੱਛਿਆ ਜਾ ਸਕਦਾ ਤੁਹਾਨੂੰ, ਪ੍ਰੀ ਦੇ ਵਿੱਚ ਪੁੱਛਿਆ ਜਾ ਸਕਦਾ ਕਿ ਰਿਮੋਟ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਸ ਆ ਜਿਹੜੀਆਂ, ਉਹ ਬੋਥ ਇੰਟਰਨਲ ਤੇ ਐਕਸਟਰਨਲ ਜਿਹੜੇ ਸਾਡੇ, ਜਾਂ ਕਹਿ ਲਓ ਵੀ ਇੰਟਰਨਲ ਮਾਈਗਰੈਂਟਸ ਐਜ਼ ਵੈਲ ਐਜ਼ NRIs, ਉਹ ਦੋਨਾਂ ਨੂੰ ਵੋਟਿੰਗ ਰਾਈਟਸ ਪ੍ਰੋਵਾਈਡ ਕਰੂ. ਨਹੀਂ, ਇਹ ਹਲੇ ਤੱਕ ਜੋ ਪ੍ਰਪੋਜ਼ਲ ਹੈ ਉਹ ਸਿਰਫ ਡੋਮੈਸਟਿਕ ਮਾਈਗਰੈਂਟਸ ਦੇ ਲਈ ਆ. ਠੀਕ ਹੈ ਜੀ, ਧਿਆਨ ਰੱਖਿਓ. ਥਰੂ ਰਿਮੋਟ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਸ, ਜਿਨ੍ਹਾਂ ਨੂੰ ਅਸੀਂ RVMs ਕਹਿੰਦੇ ਆ, ਉਹਨਾਂ ਦੇ ਥਰੂ ਉਹਨਾਂ ਨੂੰ ਵੋਟਿੰਗ, ਆਪਣੀ ਵੋਟ ਕਾਸਟ ਕਰਨ ਦੀ ਇੱਕ ਫੈਸਿਲਿਟੀ ਪ੍ਰੋਵਾਈਡ ਕਰਨ ਦੀ ਗੱਲ ਕੀਤੀ ਜਾ ਰਹੀ ਹੈ. ਸਿਰਫ ਡੋਮੈਸਟਿਕ ਮਾਈਗਰੈਂਟਸ ਲਈ ਹੈ, NRIs ਲਈ ਨਹੀਂ ਹੈ ਹਲੇ ਇਹ. ਦੈਨ ਅਬਾਊਟ RBM, ਅਸੀਂ ਰਿਮੋਟ ਵੋਟਿੰਗ ਮਸ਼ੀਨਸ ਦੀ ਗੱਲ ਕਰ ਲਈਏ. ਇਟ ਇਜ਼ ਅ ਮੋਡੀਫਾਈਡ ਵਰਜ਼ਨ ਆਫ ਐਗਜ਼ਿਸਟਿੰਗ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ. ਸਾਨੂੰ ਪਤਾ ਜਿਵੇਂ ਅਸੀਂ EVMs ਯੂਜ਼ ਕਰਦੇ ਹਾਂ, ਹੈ ਨਾ, ਉਹਨਾਂ ਦਾ ਹੀ ਇੱਕ ਮੋਡੀਫਾਈਡ ਵਰਜ਼ਨ ਹੈ RVMs, to provide a facility for migrant workers to cast their votes through multi-constituency RVMs. ਮਤਲਬ ਇੱਕੋ ਰਿਮੋਟ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਤੋਂ ਮਲਟੀਪਲ ਕੌਂਸਟੀਚੁਐਂਸੀਜ਼ ਦੇ ਲਈ ਵੋਟਸ ਕਾਸਟ ਕੀਤੀਆਂ ਜਾ ਸਕਦੀਆਂ ਨੇ. ਠੀਕ ਹੈ, ਉਹ ਹੋ ਗਿਆ ਮਲਟੀ ਕੌਂਸਟੀਚੁਐਂਸੀ RVM. ਮਤਲਬ ਆਪਾਂ ਕਹਿ ਲਈਏ ਵੀ ਚੰਡੀਗੜ੍ਹ ਦੇ ਆਪਾਂ ਕਿਸੇ ਵੀ ਇੱਕ ਕੌਂਸਟੀਚੁਐਂਸੀ ਦੀ ਆਪਾਂ ਗੱਲ ਕਰ ਲਈਏ, ਉੱਥੇ ਬਹੁਤ ਸਾਰੇ ਮਾਈਗਰੈਂਟ ਵਰਕਰਸ ਨੇ ਜਾਂ ਮਾਈਗਰੈਂਟਸ ਰਹਿ ਰਹੇ ਨੇ, ਕੁਝ ਸਟੂਡੈਂਟਸ ਨੇ, ਕੁਝ ਕੰਮ ਕਰਨ ਵਾਲੇ ਨੇ, ਹੈ ਨਾ, ਕਈਆਂ ਦਾ ਜਿਵੇਂ ਕਹਿ ਲਓ ਕਿ ਰੀਸੈਂਟਲੀ ਮੈਰਿਜ ਹੋਈ ਹੈ ਬਟ ਹਲੇ ਉੱਥੋਂ ਉਹਨਾਂ ਨੇ ਆਪਣੀ ਡੀ ਰਜਿਸਟਰ ਕਰਕੇ ਨਵੀਂ ਕੌਂਸਟੀਚੁਐਂਸੀ 'ਚ ਰਜਿਸਟਰ ਨਹੀਂ ਕੀਤਾ ਐਜ਼ ਅ ਵੋਟਰ, ਤੇ ਉਸ ਕੌਂਸਟੀਚੁਐਂਸੀ, ਜਦੋਂ ਮਲਟੀ ਕੌਂਸਟੀਚੁਐਂਸੀ RBMs ਦੀ ਆਪਾਂ ਗੱਲ ਕਰਦੇ ਹਾਂ ਤਾਂ ਇੱਥੋਂ ਮਤਲਬ ਕਿ ਕੋਈ ਪੰਜਾਬ ਤੋਂ ਹੈ, ਕੋਈ ਹਰਿਆਣੇ ਤੋਂ ਹੈ, ਕੋਈ ਹਿਮਾਚਲ ਤੋਂ ਹੈ, ਕੋਈ ਸਾਊਥ ਤੋਂ ਹੈ, ਕੋਈ ਕਿੱਥੋਂ ਹੈ ਨਾ, ਅਲੱਗ-ਅਲੱਗ ਸਟੇਟਸ ਤੋਂ ਨੇ ਉਹ. ਸੋ ਇੱਕੋ ਮਸ਼ੀਨ ਦੇ ਥਰੂ ਆਪਾਂ ਕਹਿ ਲਓ ਵੀ ਮਲਟੀਪਲ ਕੌਂਸਟੀਚੁਐਂਸੀਜ਼ ਨੂੰ ਵੋਟ ਕੀਤੀ ਜਾ ਸਕਦੀ ਆ. ਇਹ ਇੱਕੋ ਸਟੇਟ ਦੀਆਂ ਕੌਂਸਟੀਚੁਐਂਸੀਜ਼ ਵੀ ਹੋ ਸਕਦੀਆਂ ਨੇ, ਮਤਲਬ ਕਿ ਪੰਜਾਬ ਦੀਆਂ ਵੀ ਮਲਟੀਪਲ ਕੌਂਸਟੀਚੁਐਂਸੀਜ਼ ਹੋ ਸਕਦੀਆਂ ਨੇ, ਪਲੱਸ ਕਿਸੇ ਹੋਰ ਸਟੇਟਸ ਦੀਆਂ ਵੀ ਹੋ ਸਕਦੀਆਂ ਨੇ.
ਇਟ ਵਿਲ ਹੈਵ ਦਾ ਸੇਮ ਸਿਕਿਉਰਿਟੀ ਸਿਸਟਮ ਐਂਡ ਵੋਟਿੰਗ ਐਕਸਪੀਰੀਅੰਸ ਐਜ਼ ਦਾ EVMs, ਜਿਵੇਂ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਸ ਦੇ ਵਿੱਚ ਹੈ ਉਸੇ ਤਰ੍ਹਾਂ ਦੇ ਸਿਕਿਉਰਿਟੀ ਸਿਸਟਮਸ ਹੋਣਗੇ, ਉਸੇ ਤਰ੍ਹਾਂ ਦਾ ਵੋਟਿੰਗ ਐਕਸਪੀਰੀਅੰਸ ਇਹਦੇ 'ਚ ਹੋਊਗਾ। ਬਟ ਉਹਦੇ ਨਾਲੋਂ ਇੱਕ ਚੇਂਜ ਇਹ ਹੈ ਕਿ ਜੋ ਸਾਡੀਆਂ EVMs ਨੇ ਉਹਨਾਂ ਦੇ ਵਿੱਚ ਆਪਾਂ ਨਾਲ ਯੂਜ਼ ਕਰਦੇ ਹਾਂ ਸਾਡਾ ਪੇਪਰ ਵੈਲਟਸ ਵੀ ਯੂਜ਼ ਕਰਦੇ ਹਾਂ, ਹੈ ਨਾ। ਬਟ ਇਹਦੇ 'ਚ ਕੀ ਹੈ, ਸਾਰਾ ਡਿਜੀਟਲ ਹੋਊਗਾ। ਜੋ RVM ਹੋਣਗੇ ਇਹਨਾਂ ਦੇ ਵਿੱਚ ਡਿਜੀਟਲੀ ਸਾਡੇ ਕੋਲੇ ਜੋ ਕਹਿ ਲਓ ਵੋਟਰ ਜੋ ਸਾਡੇ ਕੈਂਡੀਡੇਟਸ ਨੇ ਪਲੱਸ ਜੋ ਉਹਨਾਂ ਦੇ ਸਿੰਬਲਸ ਨੇ ਉਹਨਾਂ ਸਾਰਿਆਂ ਨੂੰ ਇੱਕ ਡਿਜੀਟਲ ਫਾਰਮੈਟ ਦੇ ਵਿੱਚ ਪ੍ਰੋਵਾਈਡ ਕੀਤਾ ਜਾਊ। RVM, a single remote voting machine can handle multiple constituencies up to 72 from a single remote polling booth, ਠੀਕ ਹੈ ਜੀ। ਤੇ ਜੋ ਹਾਲੇ ਤੱਕ ਇਹਦੀਆਂ ਗਾਈਡਲਾਈਨਸ ਨੇ ਉਹ ਇਹ ਹੈ ਕਿ ਕੋਈ ਵੀ ਵੋਟਰ ਹੈ ਜਿਹੜਾ ਉਹਨਾਂ ਨੇ ਆਪਣੇ ਜੋ ਏਰੀਏ ਦਾ ਰਿਟਰਨਿੰਗ ਆਫੀਸਰ ਹੋਊਗਾ ਉਹਨਾਂ ਦੇ ਨਾਲ ਆਨਲਾਈਨ ਜਾਂ ਆਫਲਾਈਨ ਰਜਿਸਟਰ ਜਦੋਂ ਕਰ ਲਿਆ ਤਾਂ ਉਹਦੇ ਬਾਅਦ ਉਹ ਜਦੋਂ ਰਜਿਸਟ੍ਰੇਸ਼ਨ ਕੰਪਲੀਟ ਹੋ ਗਈ ਤਾਂ ਉਹ RVM ਨੂੰ ਯੂਜ਼ ਕਰਕੇ ਆਪਣੀ ਵੋਟ ਕਾਸਟ ਕਰਨ ਦੇ ਕੈਪੇਬਲ ਹੋ ਜਾਣਗੇ। ਦੈਨ ਵਾਈ ਦਿਸ ਫੈਸਿਲਿਟੀ ਇਜ਼ ਰਿਕੁਆਇਰਡ, ਮਤਲਬ ਇਹਦੀ ਸਾਨੂੰ ਜ਼ਰੂਰਤ ਕੀ ਆ, ਕਿਉਂ ਅਸੀਂ ਪ੍ਰਪੋਜ਼ ਕੀਤੀ ਹੈ ਇਹ ਜਾਂ ਕਿਉਂ ਇਹਦੀ ਡਿਮਾਂਡ ਕੀਤੀ ਜਾ ਰਹੀ ਆ। ਇਹਦਾ ਕਾਰਨ ਹੈ ਕਿ ਜਦੋਂ ਅਸੀਂ 2011 ਸੈਂਸਸ ਦੇ ਡੇਟਾ ਦੀ ਗੱਲ ਕਰਦੇ ਹਾਂ ਤਾਂ ਉਹਦੇ ਅਕੋਰਡਿੰਗ ਅਰਾਊਂਡ 45 ਕਰੋੜ ਇੰਡੀਅਨਸ ਨੇ ਜਿਹੜੇ ਇੰਟਰਨਲੀ ਮਾਈਗ੍ਰੇਟ ਕਰਦੇ ਨੇ, ਠੀਕ ਹੈ ਜੀ। ਜਿਹੜੇ ਇੰਟਰਨਲ ਮਾਈਗ੍ਰੈਂਟਸ ਨੇ ਮਤਲਬ ਆਪਣੀਆਂ ਰਜਿਸਟਰਡ ਰੈਜ਼ੀਡੈਂਸ ਦੀਆਂ ਜੋ ਸਟੇਟਸ ਨੇ ਜਾਂ ਲੋਕੇਸ਼ਨਸ ਨੇ ਉਹਨਾਂ ਨੂੰ ਛੱਡ ਕੇ ਕਿਸੇ ਹੋਰ ਪਲੇਸ ਤੇ ਰਹਿ ਰਹੇ ਨੇ ਉਹ ਕਰੰਟਲੀ। ਪਲੱਸ ਜਦੋਂ ਅਸੀਂ 2019 ਦੀਆਂ ਲੋਕ ਸਭਾ ਇਲੈਕਸ਼ਨਸ ਦੀ ਗੱਲ ਕਰਦੇ ਹਾਂ ਉਹਦੇ 'ਚ ਅਰਾਊਂਡ 30 ਕਰੋੜ ਸਾਡੇ ਰਜਿਸਟਰਡ ਵੋਟਰਸ ਨੇ ਜਿਹੜੇ ਉਹਨਾਂ ਨੇ ਵੋਟ ਕਾਸਟ ਨਹੀਂ ਕੀਤੀ। ਤੇ ਇਹਦੇ ਪਿੱਛੇ ਇੱਕ ਮੇਨ ਰੀਜ਼ਨ ਮੰਨਿਆ ਜਾ ਰਿਹਾ ਜੀ ਇੰਟਰਨਲ ਮਾਈਗ੍ਰੇਸ਼ਨ, ਠੀਕ ਹੈ। One of the prominent reason for this inability to vote is due to internal migration, ਠੀਕ ਹੈ। ਮੇਨ ਰੀਜ਼ਨ ਇੱਕ ਮੰਨਿਆ ਜਾ ਰਿਹਾ। ਸੋ ਇਸ ਚੀਜ਼ ਨੂੰ ਐਡਰੈਸ ਕਰਨ ਦੇ ਲਈ ਰਿਮੋਟ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਸ ਪ੍ਰਪੋਜ਼ ਕੀਤੀਆਂ ਜਾ ਰਹੀਆਂ ਨੇ ਸੋ ਦੈਟ ਅਸੀਂ ਵੋਟਰ ਟਰਨ ਆਊਟ ਉਹਨੂੰ ਇਨਕਰੀਜ਼ ਕਰ ਸਕੀਏ ਪਲੱਸ ਜਿਹੜੀ ਰਾਈਟ ਟੂ ਵੋਟ ਆ ਉਹਨੂੰ ਯੂਟਿਲਾਈਜ਼ ਕਰਨ ਦੇ ਲਈ ਸਾਡੇ ਜੋ ਸਿਟੀਜ਼ਨਸ ਨੇ ਸਾਡੇ ਵੋਟਰਸ ਨੇ ਉਹਨਾਂ ਨੂੰ ਅਸੀਂ ਰਿਕੁਆਇਰਡ ਇਨਫਰਾਸਟ੍ਰਕਚਰ ਪ੍ਰੋਵਾਈਡ ਕਰ ਸਕੀਏ, ਠੀਕ ਹੈ ਜੀ। ਸੋ ਦੈਟ ਜੇ ਸਾਡੀ ਜੋ ਡੈਮੋਕ੍ਰੇਸੀ ਹੈ ਇਹਨੂੰ ਅਸੀਂ ਪਾਰਟੀਸਪੇਟਰੀ ਡੈਮੋਕ੍ਰੇਸੀ ਬਣਾਉਣ ਨੂੰ ਕਹਿ ਲਓ ਸਾਡੀ ਪਾਰਟੀਸਪੇਟਰੀ ਡੈਮੋਕ੍ਰੇਸੀ ਨੂੰ ਹੋਰ ਜ਼ਿਆਦਾ ਸਟਰੈਂਥਨ ਕਰ ਸਕੀਏ। ਦੈਨ ਐਸੋਸੀਏਟਡ ਚੈਲੰਜਸ, ਕਿਹੜੇ ਚੈਲੰਜਸ ਨੇ ਇਹਦੇ ਨਾਲ। ਫਸਟ, ਐਬਸੈਂਸ ਆਫ ਸੈਂਟਰਲ ਡੇਟਾਬੇਸ ਫॉर ਮਾਈਗ੍ਰੈਂਟਸ ਪੋਜ਼ਸ ਅ ਬਿਗ ਪ੍ਰੋਬਲਮ ਔਨ ਦਾ ਇਸ਼ੂ ਆਫ ਰਿਮੋਟ ਵੋਟਿੰਗ। ਕਿਉਂਕਿ ਸਾਡੇ ਜਦੋਂ ਆਪਾਂ ਕੋਵਿਡ ਦੀ ਗੱਲ ਕਰਦੇ ਹਾਂ ਉਸ ਟਾਈਮ ਤੇ ਵੀ ਗਵਰਨਮੈਂਟ ਕੋਲੇ ਕੋਈ ਸੈਂਟਰਲ ਡੇਟਾਬੇਸ ਨਹੀਂ ਸੀ ਵੀ ਕਿੰਨੇ ਨੰਬਰ ਆਫ ਇੰਡੀਅਨਸ ਨੇ ਜਿਹੜੇ ਉਹ ਇੰਟਰਨਲੀ ਮਾਈਗ੍ਰੇਟ ਕਰਦੇ ਨੇ ਜਾਂ ਇੰਟਰਨਲ ਮਾਈਗ੍ਰੈਂਟਸ ਨੇ ਉਹ ਆਪਣੀ ਸਟੇਟ ਨੂੰ ਛੱਡ ਕੇ ਕਿਸੇ ਹੋਰ ਸਟੇਟ 'ਚ ਰਹਿ ਰਹੇ ਨੇ, ਜਿਹਦੇ ਕਰਕੇ ਉਹਨਾਂ ਨੂੰ ਰਾਸ਼ਨ ਪ੍ਰੋਵਾਈਡ ਕਰਨ ਦਾ ਜਾਂ ਕਹਿ ਲਓ ਉਹਨਾਂ ਨੂੰ ਕਿਸੇ ਤਰ੍ਹਾਂ ਦੇ ਹੋਰ ਮੋਨੇਟਰੀ ਬੈਨੀਫਿਟਸ ਦੇਣ ਦਾ ਜੋ ਪ੍ਰੋਬਲਮ ਸੀ ਉਹ ਫੇਸ ਕੀਤੀ ਗਈ, ਠੀਕ ਹੈ। ਸੋ ਜੋ ਸਾਡਾ ਹਾਲੇ ਤੱਕ ਸੈਂਟਰਲ ਡੇਟਾਬੇਸ ਹੀ ਨਹੀਂ ਹੈ ਤਾਂ ਅਸੀਂ ਉਸ ਚੀਜ਼ ਨੂੰ ਕੁਆਂਟੀਫਾਈ ਨਹੀਂ ਕਰ ਸਕਾਂਗੇ ਵੀ ਕਿੰਨੇ ਸਾਨੂੰ ਉਹਦੇ ਜਾਂ ਉਹਨਾਂ ਮਾਈਗ੍ਰੈਂਟਸ ਨੂੰ ਵੋਟਿੰਗ ਫੈਸਿਲਿਟੀਜ਼ ਪ੍ਰੋਵਾਈਡ ਕਰਨ ਦੇ ਲਈ ਕਿੰਨਾ ਇਨਫਰਾਸਟ੍ਰਕਚਰ ਚਾਹੀਦਾ, ਕਿੰਨੀਆਂ ਮਸ਼ੀਨਸ ਚਾਹੀਦੀਆਂ ਨੇ, ਹੈ ਨਾ, ਕਿਹੜੀ ਕੌਂਸਟੀਟਿਊਐਂਸੀ ਨੂੰ ਬਿਲੋਂਗ ਕਰਦੇ ਨੇ ਉਹ। ਸੋ ਉਹ ਚੀਜ਼ਾਂ ਨੂੰ ਹਲੇ ਇਸ ਚੀਜ਼ ਨੂੰ ਪ੍ਰੋਪਰ ਇੰਪਲੀਮੈਂਟ ਕਰਨ ਦੇ ਲਈ ਸਾਨੂੰ ਇੱਕ ਸੈਂਟਰਲ ਡੇਟਾਬੇਸ ਹੋਣਾ ਚਾਹੀਦਾ ਜੋ ਹਲੇ ਨਹੀਂ ਹੈ। ਦੈਨ ਦ ਕ੍ਰਿਟਿਸਿਜ਼ਮ ਐਸੋਸੀਏਟਡ ਵਿਦ ਦ ਵਰਕਿੰਗ ਆਫ EVMs, ਸਾਡੇ ਕੋਲ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਜੋ ਅਸੀਂ ਕਰੰਟਲੀ ਯੂਜ਼ ਕਰ ਰਹੇ ਹਾਂ ਉਹਦਾ ਵੀ ਬਹੁਤ ਕ੍ਰਿਟਿਸਿਜ਼ਮ ਹੋ ਰਿਹਾ, ਮਤਲਬ ਉਹਦੇ ਹੈਕਿੰਗ ਨੂੰ ਲੈ ਕੇ ਜਾਂ ਉਹਦੇ ਕੋਲ ਹੋਰ ਉਹਦੇ ਵਿੱਚ ਕੁਝ ਟੈਕਨੀਕਲ ਗਲਿਚਿਸ ਨੂੰ ਲੈ ਕੇ ਜੋ ਆਪੋਜੀਸ਼ਨ ਦੀਆਂ ਪਾਰਟੀਜ਼ ਨੇ ਜਾਂ ਕੁਝ ਹੋਰ ਸਿਵਲ ਸੁਸਾਇਟੀ ਆਰਗੇਨਾਈਜੇਸ਼ਨਸ ਨੇ ਉਹ ਵੀ ਇਸ ਚੀਜ਼ ਨੂੰ ਕ੍ਰਿਟੀਸਾਈਜ਼ ਕਰ ਰਹੀਆਂ ਨੇ। ਸੋ ਪਹਿਲਾਂ ਇਸ ਕ੍ਰਿਟਿਸਿਜ਼ਮ ਨੂੰ ਆਪਾਂ ਪ੍ਰੋਪਰਲੀ ਐਡਰੈਸ ਕਰੀਏ, ਉਹਦੇ ਬਾਅਦ ਇੱਕ ਨਵਾਂ ਸਿਸਟਮ ਜੇ ਆਪਾਂ ਉਹਦੀ ਜ਼ਿਆਦਾ ਐਕਸੈਪਟੈਂਸ ਫੇਰ ਹੀ ਹੋ ਸਕਦੀ ਹੈ। ਜੋ ਪਹਿਲਾਂ ਸਾਡਾ ਆਲਰੇਡੀ ਸਿਸਟਮ ਇਨ ਯੂਟੀਲਾਈਜੇਸ਼ਨ ਆ ਜੇ ਉਹਦੇ ਰਿਗਾਰਡਿੰਗ ਜੋ ਕ੍ਰਿਟਿਸਿਜ਼ਮ ਨੇ ਜਾਂ ਇਸ਼ੂਜ਼ ਨੇ ਉਹਨਾਂ ਨੂੰ ਅਸੀਂ ਪ੍ਰੋਪਰਲੀ ਐਡਰੈਸ ਕਰਾਂਗੇ। Then some are also criticizing the move on election commission's locus standi to come up with the prototype without the required amendments to current electoral laws। ਜਦੋਂ ਅਸੀਂ locus standi ਦੀ ਗੱਲ ਕਰਦੇ ਹਾਂ ਜੇ ਤਾਂ ਆਪਾਂ ਇਹਨੂੰ ਲੀਗਲ ਟਰਮਸ ਦੇਖੀਏ ਉਹ ਹੁੰਦਾ ਵੀ ਮਤਲਬ ਕਿਸੇ ਨੂੰ ਰਿਪਰੈਜ਼ੈਂਟ ਕਰਨ ਦਾ ਰਾਈਟ ਕੋਰਟ ਦੇ ਵਿੱਚ, ਜਿਵੇਂ ਕਹਿ ਲਓ ਕੋਰਟ ਦੇ ਵਿੱਚ ਕੋਈ ਕੇਸ ਆ ਪਰਟੀਕੂਲਰ ਕਿਸੇ ਬੰਦੇ ਦੇ ਰਿਲੇਟਡ ਕੇਸ ਆ ਉਹਦੀ ਥਾਂ ਤੇ ਜਾਂ ਉਸ ਪਰਟੀਕੂਲਰ ਜੋ ਉਹਦੇ 'ਚ ਇਨਵੋਲਵਡ ਆ ਬੰਦਾ ਉਹਨੂੰ ਰਿਪਰੈਜ਼ੈਂਟ ਕਰਨ ਦੀ ਕਿਸੇ ਹੋਰ ਨੂੰ ਰਾਈਟ ਹੋਣਾ ਉਹਨੂੰ ਕਹਿੰਦੇ ਆ ਲੋਕਸ ਸਟੈਂਡੀ। ਤੇ ਜਦੋਂ ਆਪਾਂ ਇੱਥੇ ਗੱਲ ਕਰਦੇ ਹਾਂ ਮਤਲਬ ਕਿ ਜੋ ਸਾਡਾ ਇਲੈਕਸ਼ਨ ਕਮਿਸ਼ਨ ਆ ਉਹਦੀ ਜੋ ਰਾਈਟ ਹੈ ਟੂ ਇੰਟਰੋਡਿਊਸ ਦਿਸ ਅ ਨਿਊ ਪ੍ਰੋਟੋਟਾਈਪ ਉਹਦੇ ਅਗੇਂਸਟ ਵੀ ਉਹਦੇ ਤੇ ਵੀ ਕੁਐਸਚਨ ਉਠਾਏ ਜਾ ਰਹੇ ਨੇ ਬਿਕੋਜ਼
ਜੋ ਸਾਡਾ ਰਿਪਰੈਜ਼ੈਂਟੇਸ਼ਨ ਆਫ ਪੀਪਲਸ ਐਕਟ ਆ ਆਰਪੀ ਐਕਟ, ਉਹਦੇ ਅੰਡਰ ਜੋ ਪ੍ਰੋਵੀਜ਼ਨਸ ਨੇ ਉਹਨਾਂ ਨੂੰ ਅਮੈਂਡ ਕਰਕੇ ਹੀ ਇਦਾਂ ਦਾ ਜੋ ਕਹਿ ਲਓ ਸਿਸਟਮ ਅਸੀਂ ਇੰਟਰੋਡਿਊਸ ਕਰ ਸਕਦੇ ਹਾਂ, ਅਦਰਵਾਈਜ਼ ਨਹੀਂ ਕਰ ਸਕਦੇ। ਸੋ ਹਲੇ ਆਰਪੀਏ ਦੇ ਵਿੱਚ ਕੋਈ ਇਦਾਂ ਦੀ ਅਮੈਂਡਮੈਂਟ ਨਹੀਂ ਇੰਟਰੋਡਿਊਸ ਕੀਤੀ ਗਈ, ਬਟ ਇਲੈਕਸ਼ਨ ਕਮਿਸ਼ਨ ਨੇ ਅਮੈਂਡਮੈਂਟ ਤੋਂ ਪਹਿਲਾਂ ਹੀ ਇੱਕ ਨਵਾਂ ਮੈਕੈਨਿਜ਼ਮ ਇੰਟਰੋਡਿਊਸ ਕੀਤਾ। ਸੋ ਉਸ ਚੀਜ਼ ਨੂੰ ਇੰਟਰੋਡਿਊਸ ਕਰਨ ਦੇ ਪਿੱਛੇ ਜੋ ਉਹਨਾਂ ਦੀ ਕੀ ਰਾਈਟ ਹੈ ਕਿ ਉਹ ਉਸ ਚੀਜ਼ ਨੂੰ ਇੰਟਰੋਡਿਊਸ ਕਰਨ ਦੇ ਲਈ ਉਹਨਾਂ ਨੂੰ ਲਾਅ ਅਲਾਉ ਕਰਦਾ ਵੀ ਹੈ ਕਿ ਨਹੀਂ ਕਰਦਾ, ਉਸ ਚੀਜ਼ ਦੇ ਤੇ ਉਸ ਚੀਜ਼ ਉੱਤੇ ਵੀ ਕੁਐਸਚਨਸ ਉਠਾਏ ਜਾ ਰਹੇ ਨੇ। ਠੀਕ ਹੈ, ਸੋ ਇਹਨਾਂ ਚੀਜ਼ਾਂ ਨੂੰ ਸਾਰਿਆਂ ਨੂੰ ਐਡਰੈਸ ਕਰਨ ਦੀ ਲੋੜ ਆ। ਰਿਮੋਟ ਵੋਟਿੰਗ ਦੀ ਸਾਨੂੰ ਜ਼ਰੂਰਤ ਹੈ, ਬਿਕੋਜ਼ ਜਿਵੇਂ ਤੁਹਾਨੂੰ ਦੱਸਿਆ ਕਿ ਲਾਰਜ ਨੰਬਰ ਆਫ ਇੰਡੀਅਨਸ ਨੇ ਜਿਹੜੇ ਇੰਟਰਨਲ ਮਾਈਗ੍ਰੈਂਟਸ ਨੇ, ਪਲੱਸ ਵੋਟਰ ਟਰਨਆਊਟ ਨੂੰ ਇਨਕਰੀਜ਼ ਕਰਨ ਦੇ ਲਈ ਸਾਨੂੰ ਜ਼ਰੂਰਤ ਹੈ। ਬਟ ਉਹਦੇ ਨਾਲ ਜੋ ਇਸ਼ੂਜ਼ ਨੇ ਪਹਿਲਾਂ ਤਾਂ ਪ੍ਰੋਪਰ ਇਹਦੇ ਤੇ ਕਹਿ ਲਓ ਵੀ ਡਿਸਕਸ਼ਨ ਹੋਣੀ ਚਾਹੀਦੀ ਹੈ ਨਾ, ਤੇ ਫਿਰ ਜੋ ਰਿਲੇਟਡ ਇਸ਼ੂਜ਼ ਨੇ ਉਹਨਾਂ ਨੂੰ ਐਡਰੈਸ ਕਰਨਾ ਚਾਹੀਦਾ, ਫਿਰ ਹੀ ਆਪਾਂ ਇਸ ਸਿਸਟਮ ਨੂੰ ਪ੍ਰੋਪਰਲੀ ਇੰਪਲੀਮੈਂਟ ਕਰ ਸਕਦੇ ਹਾਂ। ਪਲੱਸ ਜਦੋਂ ਆਪਾਂ ਮਾਈਗ੍ਰੈਂਟਸ ਦੀ ਗੱਲ ਕਰਦੇ ਹਾਂ ਉਹਦੇ 'ਚ ਇੱਕ ਇਸ਼ੂ ਹੋਰ ਇਹ ਵੀ ਆਉਂਦਾ ਕਿ ਅਸੀਂ ਮਾਈਗ੍ਰੈਂਟਸ ਨੂੰ ਕਿਵੇਂ ਇਹਦੇ ਲਈ ਡਿਫਾਈਨ ਕਿਵੇਂ ਕਰਾਂਗੇ ਵੀ ਪਰਮਾਨੈਂਟ ਜਾਂ ਕਹਿ ਲਓ ਵੀ ਕੋਈ ਸ਼ਾਰਟ ਟਰਮ ਮਾਈਗ੍ਰੇਟ ਕਰ ਰਹੇ ਨੇ, ਕੋਈ ਸ਼ਾਰਟ ਟਰਮ ਦੇ ਲਈ ਇੱਕ ਸਟੇਟ ਤੋਂ ਦੂਸਰੀ ਸਟੇਟ ਜਾ ਰਹੇ ਨੇ, ਜਿਨ੍ਹਾਂ ਨੂੰ ਆਪਾਂ ਸੀਜ਼ਨਲ ਵਰਕਰਸ ਕਹਿ ਦਿੰਦੇ ਆ, ਹੈ ਨਾ। ਸੋ ਉਹ ਹੋ ਸਕਦੇ ਨੇ, ਜਾਂ ਕੁਝ ਉਹ ਮਾਈਗ੍ਰੈਂਟਸ ਨੇ ਜਿਹੜੇ ਲੌਂਗ ਟਰਮ ਲਈ ਕਹਿ ਲਓ ਜਾਂ 5-5 6-6 ਸਾਲ ਲਗਾਤਾਰ ਕਿਸੇ ਇੱਕੋ ਪਰਟੀਕੂਲਰ ਪਲੇਸ ਤੇ ਰਹਿੰਦੇ ਨੇ। ਸੋ ਅਸੀਂ ਇਹ ਰਾਈਟ ਦੇਣੀ ਕਿਹਨਾਂ ਨੂੰ ਆ, ਤੇ ਉਹਨਾਂ ਦੇ ਵਿੱਚ ਆਪਾਂ ਕਹਿ ਲਓ ਪਰਮਾਨੈਂਟ ਤੇ ਟੈਂਪਰੇਰੀ ਮਾਈਗ੍ਰੈਂਟਸ ਦੇ ਵਿੱਚ ਕਿਵੇਂ ਡਿਫਰੈਂਸ਼ੀਏਟ ਕਰਾਂਗੇ, ਕਿਵੇਂ ਆਪਾਂ ਉਹਨਾਂ ਨੂੰ ਡਿਫਾਈਨ ਕਰਾਂਗੇ, ਕੈਟਾਗਰਾਈਜ਼ ਕਿਵੇਂ ਕਰਾਂਗੇ, ਉਹ ਵੀ ਹਲੇ ਇਸ਼ੂਜ਼ ਹਲੇ ਐਡਰੈਸ ਕਰਨੇ ਬਾਕੀ ਨੇ। ਸੋ ਉਹ ਚੀਜ਼ਾਂ ਨੂੰ ਐਡਰੈਸ ਕਰਕੇ ਫਿਰ ਹੀ ਆਪਾਂ ਇਸ ਚੀਜ਼ ਨੂੰ ਇੰਪਲੀਮੈਂਟ ਕਰ ਸਕਦੇ ਹਾਂ। ਬਟ ਹਲੇ ਤੱਕ ਜੋ ਚੀਜ਼ ਹੈ ਉਹ ਇਹ ਹੈ, ਇੰਟਰੋਡਿਊਸ ਕੀਤੀ ਗਈ ਹੈ ਇਹਦੇ ਰਿਲੇਟਡ ਜੋ ਇਸ਼ੂਜ਼ ਨੇ ਉਹ ਤੁਹਾਨੂੰ ਪਤਾ ਲੱਗੇ, ਪਲੱਸ ਜੋ ਆਰਬੀਐਮ ਹੈ ਇਹ ਸਿਰਫ ਇੰਟਰਨਲ ਮਾਈਗ੍ਰੈਂਟਸ ਦੇ ਲਈ ਹਲੇ ਪ੍ਰਪੋਜ਼ ਕੀਤੀ ਗਈ ਆ। ਸੋ ਧਿਆਨ 'ਚ ਰੱਖਿਓ ਸਾਰੀਆਂ ਚੀਜ਼ਾਂ ਤੇ, ਜਿਵੇਂ ਜਿਵੇਂ ਇਹਦੇ ਉੱਪਰ ਅੱਗੇ ਜੋ ਵੀ ਨਿਊਜ਼ ਆਊ ਉਹਨਾਂ ਨੂੰ ਕਵਰ ਤੁਸੀਂ ਵੀ ਕਰਿਓ ਤੇ ਆਪਾਂ ਵੀ ਇੱਥੇ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਦਿਸ ਵਾਜ਼ ਆਲ ਅਬਾਊਟ ਆਰ ਟੂਡੇਜ਼ ਕਲਾਸ। ਸੋ ਥੈਂਕ ਯੂ ਵੈਰੀ ਮਚ, ਤੇ ਕੱਲ੍ਹ ਨੂੰ ਫਿਰ ਆਪਾਂ ਜੋ ਸਾਡੇ ਅੱਗੇ ਦੇ ਟੌਪਿਕਸ ਹੋਣਗੇ ਉਹਨਾਂ ਨਾਲ ਮਿਲਾਂਗੇ ਜੀ।